ਉਹਨਾਂ ਦਾ ਬੇਟਾ ਨਵਿੰਦਰ ਸਿੰਘ ਸੇਠੀ, ਉਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ ਸਹਿਬਾਨ ਅਤੇ ਸਰਦਾਰ ਪਰਵਿੰਦਰ ਸਿੰਘ ਪੰਜਾਬੀ ਮਾਸਟਰ ਜੋ ਸਾਡੇ ਸਕੂਲ ਵਿਖੇ ਜਿਨ੍ਹਾਂ ਨੇ ਸੇਵਾਵਾਂ ਨਿਭਾਈਆਂ, ਸਾਡੇ ਬਹੁਤ ਹੀ ਆਨਰੇਬਲ मैडम श्रीमती आशा राय जी, अध्यापक साहबान, ਆਪਾਂ ਸਾਰਿਆਂ ਨੂੰ ਹੀ ਪਤਾ ਹੈ कि ਅੱਜ ਦੀ ਜਿਹੜੀ ਸੈਲੀਬ੍ਰੇਸ਼ਨ ਹੈ, ਜਿਹੜੀ ਪਾਰਟੀ ਹੈ, ਆਪਾਂ ਇਹਨਾਂ ਦੋਨਾਂ ਟੀਚਰਸ ਦੇ ਆਨਰ ਦੇ ਵਿੱਚ ਅਰੇਂਜ ਕੀਤੀ ਹੈ ਤੇ ਸੈਲੀਬ੍ਰੇਟ ਕਰ ਰਹੇ ਹਾਂ। ਸਾਨੂੰ ਬੜੀ ਖੁਸ਼ੀ ਹੈ कि नमिंदर मैडम की अज विदायगी पार्टी है तो सरदार बलविंदर सिंह जी जिन्होंने पंजाबी मास्टर के तौर पर साढ़े को काम किया, हुण एज ए हैड मास्टर प्रमोट हो के गए हैं। एक टीचर के ऑनर दे विच तां मैनूं लगता है जे आपां लिखण लगिए जां बोलन लगिए शायद सारे कलम दबात कागज शब्द खत्म डिक्शनरियां दे हो जान। टीचर ਲਈ ਤਾਂ ਆਪਾਂ ਇੰਨਾ ਕੁਝ ਉਹਦੀ ਉਸਤਤੀ ਦੇ ਵਿੱਚ ਕਹਿ ਸਕਦੇ ਹਾਂ। ਕਹਿੰਦੇ ਵੀ ਡਿਫਰੈਂਟ ਏਜਸ ਦੇ ਵਿੱਚ ਰਾਮਾਇਣ ਮਹਾਭਾਰਤ ਦੇ ਟਾਈਮ ਤੇ ਉਸ ਤੋਂ ਬਾਅਦ ਦੀਆਂ ਯੁੱਗਾਂ ਦੇ ਵਿੱਚ ਵੀ ਅਲੱਗ-ਅਲੱਗ ਵੇਜ਼ ਦੇ ਵਿੱਚ ਟੀਚਰ ਨੂੰ ਡਿਫਾਈਨ ਕੀਤਾ ਗਿਆ। ਟੀਚਰ ਸਟੂਡੈਂਟ ਰਿਲੇਸ਼ਨਸ਼ਿਪ ਕੀ ਹੋਣਾ ਚਾਹੀਦਾ ਹੈ ਜਾਂ ਕਿਵੇਂ ਦਾ ਹੈ ਉਸ ਦੇ ਬਾਰੇ ਚ ਗੱਲ ਕੀਤੀ ਗਈ। ਪਰ ਮੈਨੂੰ ਪਰਸਨਲੀ ਜੋ ਬਾਬਾ ਬੁੱਲੇ ਸ਼ਾਹ ਜੀ ਦਾ ਜਿਵੇਂ ਉਹਨਾਂ ਨੇ ਇਸ ਚੀਜ਼ ਨੂੰ ਡਿਫਾਈਨ ਕੀਤਾ ਕਿ ਇੱਕ ਟੀਚਰ ਦੀਆਂ ਕੀ ਕੁਆਲਿਟੀਜ਼ ਨੇਗੀਆਂ ਜਾਂ ਇੱਕ ਗੁਰੂ ਸ਼ਿਸ਼ ਰਿਸ਼ਤਾ ਹੈ ਜਿਹੜਾ ਟੀਚਰ ਸਟੂਡੈਂਟ ਰਿਲੇਸ਼ਨਸ਼ਿਪ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਮੈਨੂੰ ਬੜਾ ਪਸੰਦ। ਬਾਬਾ ਬੁੱਲੇ ਸ਼ਾਹ ਕਹਿੰਦੇ ਉਹਨਾਂ ਨੂੰ ਕਿਸੇ ਵੀ ਜੀਵਨ 'ਚ ਗੁਰੂ ਨੇ ਐਕਸੈਪਟ ਨਹੀਂ ਕੀਤਾ ਸੀ। ਜਿੱਥੇ ਵੀ ਜਾਂਦੇ ਸੀ ਕੁਛ ਨਾ ਕੁਛ ਉਹ ਇੱਦਾਂ ਦਾ ਬੋਲਦੇ ਸੀ, ਕਹਿੰਦੇ ਸੀ। ਬਾਬਾ ਬੁੱਲੇ ਸ਼ਾਹ ਉਹ ਆਮ ਲੋਕਾਂ ਦੀ ਤਾਂ ਸਮਝ ਤੋਂ ਬਾਹਰ ਹੁੰਦਾ ਸੀ, ਹੈ ਨਾ। ਕੁਛ ਉਹ ਫੈਕਟਸ ਦੱਸਦੇ ਸੀਗੇ। ਅੱਛਾ, ਕਈ ਲੋਕ ਇੱਦਾਂ ਦੇ ਹੁੰਦੇ ਆ ਜੇ ਆਪਾਂ ਨੂੰ ਸੱਚਾਈ ਨਾਲ ਆਪਾਂ ਐਗਰੀ ਵੀ ਕਰਦੇ ਆ ਤਾਂ ਵੀ ਆਪਾਂ ਉਸ ਨੂੰ ਮੰਨਣ ਲਈ ਤਿਆਰ ਨਹੀਂ, ਆਪਾਂ ਐਵੇਂ ਝੁਠਲਾਈ ਜਾਂਦੇ ਆ। ਚਲੋ ਜੀ, ਜਿੱਥੇ ਵੀ ਜਾਂਦੇ ਸੀਗੇ ਗੁਰੂ ਉਹਨਾਂ ਦਾ ਤਿਆਗ ਕਰ ਦਿੰਦੇ ਸੀ, ਜਾਂ ਕਹਿ ਲਓ ਆਪਾਂ ਅੱਜ ਦੀ ਭਾਸ਼ਾ 'ਚ ਸਕੂਲੋਂ ਕੱਢ ਦਿੰਦੇ ਸੀ ਉਹਨਾਂ ਨੂੰ। ਹਰੇਕ ਟੀਚਰ ਨੇ ਕਹਿਣਾ ਵੀ ਬੁੱਲਿਆ ਜਾ ਤੂੰ, ਮੈਂ ਨਾ ਤੇਰਾ ਗੁਰੂ ਨਾ ਤੂੰ ਮੇਰਾ ਸ਼ਿਸ਼, ਕਿਸੇ ਨੂੰ ਨਾ ਕਹੀਂ ਵੀ ਮੈਂ ਕਿਹਦੇ ਕੋਲੇ ਪੜ੍ਹਦਾ ਸੀ। ਦੇਖੋ ਅੱਜ ਵੀ ਹੈ, ਕੋਈ ਬੱਚਾ ਮਿਸਟੇਕ ਕਰਦਾ ਹੈ ਜਰਾ ਕੁ, ਉਹਦੇ ਹੀ ਕੋਈ ਪ੍ਰਿੰਸੀਪਲ ਹੈਡ ਮਾਸਟਰ ਪੁੱਛਦਾ ਇਹ ਕਿਹੜੀ ਕਲਾਸ ਦਾ ਬੱਚਾ ਹੈਗਾ, ਇਹਦਾ ਕੌਣ ਇੰਚਾਰਜ ਹੈ। ਬਈ ਬੱਚੇ ਨੇ ਗਲਤੀ ਕੀਤੀ, ਇੰਚਾਰਜ ਨੂੰ ਕਿਉਂ ਆਵਾਜ਼ ਪੈ ਗਈ। ਦੇਖਿਆ ਜਾਵੇ ਤੇ ਕਿਤੇ ਨਾ ਕਿਤੇ ਉਸ ਟਾਈਮ ਦੇ ਵਿੱਚ ਵੀ ਹੁੰਦਾ ਸੀ, ਹਰੇਕ ਟੀਚਰ ਨੂੰ ਲੱਗਦਾ ਸੀ ਕਿ ਬਾਬਾ ਬੁੱਲੇ ਸ਼ਾਹ ਜੋ ਵੀ ਫੈਕਟਸ ਕਹਿੰਦੇ ਆ, ਗੱਲਾਂ ਕਰਦੇ ਆ, ਉਹ ਅਗਲਾ ਕਹਿੰਦਾ ਵੀ ਲੈ ਇਸੇ ਟੀਚਰ ਨੇ ਇਹਨੂੰ ਕੁਛ ਸਿਖਾਇਆ ਪੜ੍ਹਾਇਆ ਹੋਊਗਾ ਜਿਹੜਾ ਕੁਛ ਦੱਸਦਾ ਜਾਂ ਕਹਿੰਦਾ। ਜਿੱਥੇ ਬਾਬਾ ਬੁੱਲੇ ਸ਼ਾਹ ਜਾਂਦੇ ਉੱਥੇ ਹੀ ਕਲੇਸ਼ ਪੈ ਜਾਂਦੇ, ਪੁਆੜੇ ਪੈ ਜਾਂਦੇ ਤੇ ਬੜੇ ਮਾਯੂਸ ਵੀ ਮੈਨੂੰ ਕਿਸੇ ਗੁਰੂ ਦੀ ਸ਼ਰਨ ਨਹੀਂ ਮਿਲੀ ਟੀਚਰ ਦੀ। ਗਵਾਲੀਅਰ ਚਲੇ ਜਾਂਦੇ ਆ, ਉੱਥੇ ਇੱਕ ਬੜੇ ਤਕੜੇ ਉਸਤਾਦ ਹੁੰਦੇ ਆ, ਉੱਥੇ ਵੀ ਕੀ ਪ੍ਰੋਬਲਮਸ ਕ੍ਰੀਏਟ ਹੋ ਜਾਂਦੀਆਂ ਨੇ ਉਹਨਾਂ ਦੇ ਜਾਣ ਤੋਂ ਬਾਅਦ, ਲੜਾਈਆਂ ਹੋ ਜਾਂਦੀਆਂ ਨੇ, ਕਲੇਸ਼। ਉਹ ਜਿਹੜੇ ਟੀਚਰ ਹੁੰਦੇ ਆ ਉਹ ਕਹਿੰਦੇ ਵੀ ਜਾ ਬੁੱਲਿਆ, ਵੀ ਜਿਵੇਂ ਆਪਾਂ ਕਹਿੰਦੇ ਮੈਨੂੰ ਸ਼ਕਲ ਨਾ ਦਿਖਾਈ ਆਪਣੀ, ਵੀ ਨਾ ਮੈਂ ਤੇਰਾ ਗੁਰੂ, ਕਿਸੇ ਨੂੰ ਨਾ ਕਹੀਂ ਵੀ ਮੈਂ ਮੇਰੇ ਕੋਲ ਤੋਂ ਪੜ੍ਹਦਾ ਸੀ। ਬਾਬਾ ਬੁੱਲੇ ਸ਼ਾਹ ਤੋਂ ਨਿਰਾਸ਼ ਹੋ ਕੇ ਚਲੇ ਆਏ ਵੀ ਇੱਦਾਂ ਦਾ ਤਾਂ ਜੀਵਨ ਨਹੀਂ ਜੀਆ ਜਾ ਸਕਦਾ ਵੀ ਬਿਨਾਂ ਗੁਰੂ ਦੇ, ਬਿਨਾਂ ਇੱਕ ਟੀਚਰ ਦੇ ਤਾਂ ਮੇਰਾ ਜੀਵਨ ਵਿਅਰਥ ਹੈ। ਆ ਕੇ ਇੱਕ ਰਕਾਜ਼ਾ ਨੂੰ ਜਿਹੜੀ ਕਿ ਗੀਤ ਸੰਗੀਤ ਦੇ ਨਾਲ ਨੱਚ ਗਾ ਕੇ ਲੋਕਾਂ ਦਾ ਮਨ ਬਹਿਲਾਉਂਦੀ ਸੀ, ਇੰਟਰਟੇਨ ਕਰਦੀ ਸੀ, ਉਸ ਨੂੰ ਆਪਣਾ ਗੁਰੂ ਬਣਾ ਔਰ ਵਰਲਡ ਲਈ ਸੰਸਾਰ ਨੂੰ ਇੱਕ ਖਜ਼ਾਨਾ ਦੇ ਜਾਂਦੇ ਆ। ਆਪਣੀ ਐਸੀ ਰਚਨਾ ਜਿਹਦੀ ਕੋਈ ਵਰਲਡ ਦੇ ਵਿੱਚ ਕਹਿੰਦੇ ਮਿਸਾਲ ਨਹੀਂ ਹੈ,
ਤਕੜੇ ਤੋਂ ਤਕੜੇ ਗੀਤਕਾਰ ਸੰਗੀਤਕਾਰ ਇੰਡੀਆ ਦੇ ਪਾਕਿਸਤਾਨ ਦੇ ਵਿਸ਼ਵ ਦੇ ਇਸ ਨੂੰ ਆਪਣਾ ਸਨਮਾਨ ਸਮਝਦੇ ਆ ਵੀ ਜੇ ਅਸੀਂ ਬਾਬਾ ਬੁੱਲੇ ਸ਼ਾਹ ਦੀ ਇਸ ਰਚਨਾ ਤੇ ਕੋਈ ਕੰਮ ਕਰ ਸਕੀਏ। ਤੇ ਬਾਬਾ ਬੁੱਲੇ ਸ਼ਾਹ ਕੀ ਲਿਖਦੇ ਆ, ਇੰਨਾ ਸੁੰਦਰ ਬਿਆਨ ਕਰਦੇ ਆ। तेरे इश्क नचाया करके थैया थैया, छेती बाड़ी बेता बीबा, छेती आवी बेता बीबा, नहीं तो मैं मर गई हाँ। इश्क तेरे ने डेरा मेरे दिल विच कीता, इश्क तेरे ने डेरा मेरे दिल विच कीता, भर भर जहर प्याला मैं तो आपे पीता, बुलिया मुर्शिद मैं तो पागल कीता। अगे बाबा बुल्ले शाह बड़ी खूबसूरत शब्दों के विच बयान करते हैं। बुलिया मैं नीवा मेरा मुर्शिद उच्चा, मैं नीवा मेरा मुर्शिद उच्चा, उच्चियां दे संग लाई, सदके जावां उन्हां उच्चियां तो। बुलिया वारी जावां उन्हां उच्चियां तो जिन्हां नीवियां संग ने पढ़े, जिन्हां नीवियां संग। बाबा बुल्ले शाह की यह क्रिएशन ते जिहड़े इस ते वर्क करने वाले लोग अपने आप को खुशकिस्मत समझते हैं कि सानू जे कदे जीवन च अपॉर्चुनिटी मिल जे असी इस रचना ते। देखो अबिदा परवीन जिहड़े पाकिस्तान के वर्ल्ड फेमस सिंगर, नुसरत फतेह अली खान, बेशुमार अनगिनत लोगों की यह लिस्ट है कि इन्नी लंबी, जिहड़े उन्हां दियां AR रहमान साहब जिहड़े उन्हां दी इस खजाना वर्ल्ड नूं दे गए। उन्होंने जिहड़ी टीचर्स दियां क्वालिटीज़ नूं एक अलग ही तरीके नाल कहा कि टीचर दियां क्वालिटीज़ कोई गोरा पतला लंबा उच्चा इस तरह का नहीं है। टीचर की कोई इनर ब्यूटी है, उहदे अंदर कोई खूबसूरती है। वो खूबसूरती एक मैली कुचैली कपड़ियां वाली शायद कई दिन ना नहाती होवे, वो तुहाडी अपनी मदर भी हो सकती है। इलिटरेट जी, अनपढ़ जी, गवार जी, इनोसेंट कोई किसी की दादी हो सकती है। उन्होंने कहा कोई जरूरी नहीं है कि बड़े बड़े कोई तकड़ी यूनिवर्सिटी च पढ़ाने वाला ही सानू साडा गुरु हो सकता। मैनू मतलब पर्सनली भी रामायण का ही टीचर्स नू डिफाइन किया, पर जो बाबा बुल्ले शाह ने कहा वो मैनू बई बड़ा पसंद है। ये कहते एक अध्यापक का विद्यार्थी के जीवन में एक बहुत ही बड़ा रोल है। अध्यापक विद्यार्थी नू जड़ता तो ज्ञान वाल, अंधकार तो प्रकाश वाल, अते बुराई तो अच्छाई वाल, असुरक्षा तो सुरक्षा वाल लैके जाता है। जिवें तंदुरुस्त होने लई पहला बीमारी का पता लगाया जाता है, उस तरह अध्यापक विद्यार्थी के अवगुणों की पहचान करके उसके जीवन में सदगुणों का संचार करके उसके जीवन को सुरक्षित करता है। व्यक्ति का जीवन में सफल होना, अपनी मंजिल को पाना अध्यापक के कारण ही संभव होता है। अध्यापक एक विद्यार्थी दे एक व्यक्ति के भरम भुलेखे मिटा के व्यक्ति के जीवन में आत्मविश्वास और आत्मबोध जागृत करता है ਅਤੇ ਉਸ ਨੂੰ जीवन जीने की कला सिखाता। अध्यापक के इन्हां उपकारां करके ही एक स्कूल नूं मंदिर मस्जिद या गुरुद्वारे का स्थान दिता है। इस टीचर की इंपॉर्टेंस जो आपां इन्हां थोड़े जे गल्लां नाल कीती है, मैनूं नहीं लगता कि साडे दोनों अध्यापक भी किते भी इन्हां दे विच घट पूरे उतरते हैं। साडे दोनों ही अध्यापक मैडम नमिंदर कौर जिन्ना टाइम इत्थे साडे कोले रहे, लगातार इन्हां कोले लाइब्रेरी का चार्ज रहा। सरदार बलविंदर सिंह वो इन्ने एफिशिएंट मेहनती इंटैलीजेंट भी साडे कोले कोई शब्द ही नहीं दोनों का। मैनूं तां लगता है भी जे जेंट्स स्टाफ स्कूलों के ना होवे
ਜਿਵੇਂ ਘਰ ਦੀਆਂ ਬਿਲਡਿੰਗਸ ਦੀਆਂ ਪ੍ਰੋਬਲਮਸ ਆ ਜਾਂਦੀਆਂ ਨੇ, ਜੈਂਟ ਸਟਾਫ ਤੋਂ ਬਿਨਾ ਉਹਦਾ ਹੱਲ ਹੀ ਨਾ ਹੋਣ, ਕੋਈ ਮਜ਼ਦੂਰ ਮਿਸਤਰੀਆਂ ਵਾਲੇ ਕੰਮ, ਕੋਈ ਹੋਰ ਇੰਨਾ ਅੱਛਾ। ਫਿਰ ਇਸ ਤੋਂ ਨੈਕਸਟ ਮੈਂ ਰਿਕੁਐਸਟ ਕਰਦੀ ਹਾਂ ਸਾਡੇ ਮੈਡਮ ਸ਼੍ਰੀਮਤੀ ਆਸ਼ਾ ਰਾਣੀ ਜੀ, ਉਹ ਆਉਣਗੇ ਤੇ ਅੱਜ ਦੇ ਆਏ ਹੋਏ ਸਾਰੇ ਸਟਾਫ ਦਾ, ਮਹਿਮਾਨਾਂ ਦਾ ਸਵਾਗਤ ਕਰਨਗੇ, ਜੀ ਆਇਆਂ ਆਖਣਗੇ ਉਹਨਾਂ ਨੂੰ ਜਿਨ੍ਹਾਂ ਨੇ ਸਾਡੇ ਇਨਵੀਟੇਸ਼ਨ ਨੂੰ ਐਕਸੈਪਟ ਕੀਤਾ ਤੇ ਅੱਜ ਸਾਡੇ ਦਰਮਿਆਨ ਆਏ ਨੇ। ਸਾਡੀ ਪੰਜਾਬੀ ਦੇ ਅਧਿਆਪਕ ਸ਼੍ਰੀਮਤੀ ਮਨਿੰਦਰ ਕੌਰ ਅੱਜ ਦੇ ਦਿਨ ਲਈ ਉਹਨਾਂ ਨਾਲ ਆਏ ਸੀ। ਉਹਨਾਂ ਦੇ ਬੇਟੇ ਮਨਿੰਦਰ ਸਿੰਘ, ਉਹਨਾਂ ਦੇ ਭਤੀਜੇ ਨਵਦੀਪ ਸਿੰਘ, ਉਹਨਾਂ ਦੀ ਭਾਬੀ ਮਿਸਿਸ ਟੋਨੀ, ਮੈਨੂੰ ਤਾਂ ਮਿਸਿਸ ਟੋਨੀ ਯਾਦ ਆ ਦਾ ਇੱਥੇ ਸਰਕਾਰੀ ਸਕੂਲ ਜਾਣਾ ਚ ਪਹੁੰਚਣ ਤੇ ਮੈਂ ਬਾਹਰ ਦੇ ਨਿੱਘਾ ਸਵਾਗਤ ਕਰਦੀ ਹਾਂ ਤੇ ਉਹਨਾਂ ਨੂੰ ਜੀ ਆਇਆਂ ਕਹਿੰਦੀ ਹਾਂ। ਇਸ ਦਿਨ ਅੱਜ ਦਾ ਦਿਨ ਜਿਹੜਾ 30 ਸੈਪਟੈਂਬਰ ਹੈ, ਉਹਨਾਂ ਦਾ ਰਿਟਾਇਰਮੈਂਟ ਦਾ ਦਿਨ ਹੈ ਤੇ ਇਹ ਦਿਨ ਇੱਕ ਕਰਮਚਾਰੀ ਦੀ ਜ਼ਿੰਦਗੀ 'ਚ ਬਹੁਤ ਹੀ ਵੱਡਾ ਦਿਨ ਹੁੰਦਾ ਹੈ ਤੇ ਉਹਨਾਂ ਨੂੰ ਇਸ ਦਿਨ ਦੀ ਮੈਂ ਬਹੁਤ ਆਪਣੇ ਵੱਲੋਂ ਤੇ ਮੈਂ ਆਪਣੇ ਸਟਾਫ ਵੱਲੋਂ ਵਧਾਈ ਦਿੰਦੀ ਹਾਂ, ਕਿਉਂਕਿ ਤੇ ਨਾਲ ਹੀ ਮੈਂ ਸਾਡੇ ਪੁਰਾਣੇ ਸਾਥੀ ਸਰਦਾਰ ਗੁਰਵਿੰਦਰ ਸਿੰਘ ਦਾ ਇੱਕ ਛੋਟੇ ਜਿਹੇ ਸੱਦੇ ਤੇ ਸਾਡੇ ਨਾਲ ਪਹੁੰਚਣ ਤੇ ਸਾਡਾ ਸੱਦਾ ਸਤਿਕਾਰ ਕਰਦੇ ਉਹਨਾਂ ਦਾ ਬਹੁਤ ਹੀ ਧੰਨਵਾਦ ਕਰਦੇ। ਜਿਹੜਾ ਰਿਟਾਇਰਮੈਂਟ ਦਾ ਦਿਨ ਹੈ, ਇੱਕ ਕਰਮਚਾਰੀ ਜਿਹੜਾ ਹੈ ਜਦੋਂ ਸਰਵਿਸ ਕਰਕੇ ਬੇਦਾਗ ਆਪਦੀ ਸਾਰੀ ਸਰਵਿਸ ਪੂਰੀ ਕਰਦਾ ਤੇ ਉਸ ਤੋਂ ਬਾਅਦ ਰਿਟਾਇਰ ਹੁੰਦਾ ਤਾਂ ਉਹ ਜਿਹੜਾ ਦਿਨ ਹੈ ਉਸ ਦੀ ਜ਼ਿੰਦਗੀ 'ਚ ਬਹੁਤ ਹੀ ਮਾਇਨੇ ਰੱਖਦਾ, ਬਹੁਤ ਹੀ ਖੁਸ਼ੀ ਦਾ ਦਿਨ ਹੈ। ਪਰਮਾਤਮਾ ਉਹਨਾਂ ਨੂੰ ਇਸ ਤੋਂ ਬਾਅਦ, ਰਿਟਾਇਰਮੈਂਟ ਤੋਂ ਬਾਅਦ ਵੀ ਜੇ ਸਾਰੀਆਂ ਖੁਸ਼ੀਆਂ ਦੇਵੇ ਉਹਨਾਂ ਨੂੰ ਤੇ ਉਹਨਾਂ ਦੀ ਜ਼ਿੰਦਗੀ ਬਹੁਤ ਲੰਬੀ ਕਰੇ ਤਾਂ ਕਿ ਉਹ ਜਿਹੜੀਆਂ ਹੋਰ ਖੁਸ਼ੀਆਂ ਉਹ ਸਾਰੀਆਂ ਵੀ ਇੰਜੋਏ ਕਰ ਸਕਣ। ਮੈਂ ਜੁਲਾਈ 19 'ਚ ਇਸ ਸਕੂਲ 'ਚ ਹੈੱਡ ਬਣ ਕੇ ਆਈ ਸੀ ਤਾਂ ਮੇਰਾ ਬਾਅਦ 6 ਮਹੀਨੇ ਰਿਹਾ। 6 ਮਹੀਨੇ ਬਾਅਦ ਉਸ ਤੋਂ ਬਾਅਦ 6 ਮਹੀਨੇ ਲਾਕਡਾਊਨ 'ਚ ਲੰਘ ਗਏ ਤਾਂ 5-6 ਮਹੀਨੇ ਪਹਿਲਾਂ ਮੈਮ ਕਹਿੰਦੇ ਸੀ ਹਾਏ 6 ਮਹੀਨੇ ਰਹਿ ਗਏ, ਹਾਏ ਮੇਰੀ 6 ਮਹੀਨੇ ਰਹਿ ਗਏ, 6 ਮਹੀਨੇ ਰਹਿ ਗਏ। ਮੈਂ ਕਿਹਾ ਤੁਸੀਂ ਫਿਕਰ ਨਾ ਕਰੋ, ਇਹ ਟਾਈਮ ਵੀ ਲੰਘ ਜਾਣਾ ਤੇ ਉਹ 6 ਮਹੀਨੇ ਤਾਂ ਪਤਾ ਹੀ ਨਹੀਂ ਲੱਗਾ ਕਦੋਂ ਲਾਕਡਾਊਨ ਦੇ ਵਿੱਚ ਲਾਕਡਾਊਨ 'ਚ ਲੰਘ ਗਏ ਤਾਂ ਮੈਮ ਵੈਸੇ ਇਹ ਇਹਨਾਂ ਦਾ ਜਿਹੜਾ ਜਨਮ ਹੈ 12/4/1962 ਦਾ ਤਾਂ ਮਾਰਚ ਵਿੱਚ ਇਹਨਾਂ ਦੀ ਟਾਈਮ ਬਣਦੀ ਸੀ ਤਾਂ ਇਹਨਾਂ ਨੇ ਫਿਰ ਐਕਸਟੈਂਸ਼ਨ ਅਪਲਾਈ ਕੀਤੀ ਸੀ ਤੇ ਉਹ 6 ਮਹੀਨੇ ਦੀ ਐਕਸਟੈਂਸ਼ਨ ਹੀ ਮਿਲੀ ਸੀ ਤੇ ਉਹ ਐਕਸਟੈਂਸ਼ਨ ਜਿਹੜੀ 6 ਮਹੀਨੇ ਦੀ ਆ ਇਹਨਾਂ ਨੇ ਕਰੋਨਾ 'ਚ ਲਾਕਡਾਊਨ 'ਚ ਲਗਾਈ। ਪਰ ਫਿਰ ਵੀ ਜਿਹੜੇ ਇਹ 6 ਮਹੀਨੇ ਆ ਇਹ ਸਾਡੇ ਟੀਚਰਾਂ ਲਈ ਹੋਰ ਵੀ ਜ਼ਿਆਦਾ ਮਿਹਨਤ ਕਰਨ ਵਾਲੇ ਸੀਗੇ ਕਿਉਂਕਿ ਸਾਨੂੰ ਔਨਲਾਈਨ ਐਜੂਕੇਸ਼ਨ ਦੇਣੀ ਪੈਂਦੀ ਸੀ ਤਾਂ ਉਸ ਔਨਲਾਈਨ ਐਜੂਕੇਸ਼ਨ 'ਚ ਵੀ ਇਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ। ਸਾਡੇ ਗੁਰਵਿੰਦਰ ਸਿੰਘ ਦੇ ਚਲੇ ਜਾਣ ਨਾਲ ਸਾਡੇ ਕੋਲ ਦੋਨੇ ਕਲਾਸਾਂ ਹੀ ਖਾਲੀ ਹੋ ਗਈਆਂ ਸੀ ਪੰਜਾਬੀ ਦੀਆਂ ਤਾਂ ਫਿਰ ਅਸੀਂ ਕਿਹਾ ਜੀ ਤੁਹਾਡਾ ਸਾਰਾ ਸਕੂਲ ਹੀ ਅਸੀਂ ਤੁਹਾਨੂੰ ਦੇ ਦੇਣਾ ਤੇ ਤੁਸੀਂ ਸਾਰਾ ਸਕੂਲ ਹੀ ਤੁਸੀਂ ਅਟੈਂਡ ਕਰਨਾ ਜੀ ਪੰਜਾਬੀ ਵਾਸਤੇ। ਇਹਨਾਂ ਨੇ ਮੇਰਾ ਬਹੁਤ ਵੱਡਾ ਸਾਥ ਦਿੱਤਾ ਤੇ ਸਾਰੇ ਸਕੂਲ ਦੇ ਪੇਪਰ ਚੈੱਕ ਕੀਤੇ ਸਾਰੇ ਬੱਚਿਆਂ ਦਾ। ਵੈਸੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਇਹਨਾਂ ਦਾ ਸੁਭਾਅ ਬਹੁਤ ਵਧੀਆ ਸੁਭਾਅ ਹੈ, ਨਿੱਘਾ ਸੁਭਾਅ ਹੈ, ਪਰਮਾਤਮਾ ਦੇ ਨਾਲ ਵਧੀਆ ਇਹ ਜੁੜੇ ਹੋਏ ਆ। ਹੋਰ ਵੀ ਜਦੋਂ ਸਾਨੂੰ ਕੋਈ ਪ੍ਰੋਬਲਮ ਆਉਂਦੀ ਹੈ
ਅਸੀਂ ਇਹਨਾਂ ਨੂੰ ਕਹਿ ਦਿੰਦੇ ਸੀ ਵੀ ਚਲੋ ਆਹ ਪ੍ਰੋਬਲਮ ਹੱਲ ਕਰੋ। ਇਹਨਾਂ ਦੀ ਰਿਟਾਇਰਮੈਂਟ ਤੋਂ ਬਾਅਦ ਅਸੀਂ ਇਹਨਾਂ ਨੂੰ ਬਹੁਤ ਹੀ ਮਿਸ ਕਰਾਂਗੇ, ਪਰ ਫਿਰ ਵੀ ਅਸੀਂ ਉਮੀਦ ਕਰਾਂਗੇ ਵੀ ਇਹ ਜਿਹੜੇ ਹੈਗੇ ਆ ਜਿੰਨਾ ਚਿਰ ਆਨਲਾਈਨ ਕਲਾਸਿਸ ਆ ਇਹ ਸਾਡਾ ਉਹਨਾਂ ਕਲਾਸਿਸ 'ਚ ਪੂਰਾ ਸਾਥ ਦੇਣਗੇ। ਭਾਵੇਂ ਅਸੀਂ ਇਹਨਾਂ ਨੂੰ ਅਫੀਸ਼ੀਅਲ ਰਿਟਾਇਰ ਕਰ ਦਿੱਤਾ, ਪਰ ਇਹਨਾਂ ਨੂੰ ਅਸੀਂ ਸਕੂਲ ਤੋਂ ਤੇ ਡਿਊਟੀ ਤੋਂ ਰਿਟਾਇਰ ਨਹੀਂ ਕੀਤਾ, ਕਿਉਂਕਿ ਰਿਟਾਇਰ ਹੋਣ ਤੋਂ ਬਾਅਦ ਵੀ ਇਹ ਸਾਡੇ ਦਿਲਾਂ 'ਚ ਰਹਿਣਗੇ ਤੇ ਸਾਡੇ ਕਲਾਸਾਂ ਅਟੈਂਡ ਕਰਕੇ ਸਾਡਾ ਪੂਰਾ ਸਾਥ ਦਿੰਦੇ ਰਹਿਣਗੇ। ਬਾਕੀ ਜੇ ਇਹਨਾਂ ਨੂੰ ਸਾਡੇ ਤਾਈਂ ਕੋਈ ਕੰਮ ਹੋਊਗਾ, ਜਦੋਂ ਵੀ ਇਹ ਸਾਨੂੰ ਯਾਦ ਕਰਨਗੇ ਅਸੀਂ ਇਹਨਾਂ ਦਾ ਸਾਥ ਜ਼ਰੂਰ ਦੇਵਾਂਗੇ। ਤੇ ਹੋਰ ਬਲਵਿੰਦਰ ਸਿੰਘ ਜਿਹੜੇ ਹੈਗੇ ਆ ਇਹ ਸਾਡੇ ਕੋਲੋਂ ਸਾਡੇ ਇੰਟੈਲੀਜੈਂਟ ਵਧੀਆ ਟੀਚਰ ਸੀਗੇ ਤੇ ਹੈੱਡ ਪ੍ਰਮੋਟ ਹੋ ਕੇ ਗਏ ਆ। ਕਿਉਂਕਿ ਉਹ ਹੈੱਡ ਪ੍ਰਮੋਟ ਹੋ ਕੇ ਗਏ ਆ ਤਾਂ ਅਸੀਂ ਇਹਨਾਂ ਨੂੰ ਰੋਕ ਨਹੀਂ ਸਕਦੇ ਸੀ। ਅਸੀਂ ਵਿਸ਼ ਕਰਦੇ ਸੀ ਵੀ ਇਹ ਸਾਡੀ ਜ਼ਿੰਦਗੀ 'ਚ ਅੱਗੇ ਹੋਰ ਵੀ ਵਧਣ, ਤਾਂ ਅਸੀਂ ਇਹਨਾਂ ਨੂੰ ਬਹੁਤ ਵਧੀਆ ਭੇਜਿਆ, ਬਹੁਤ ਵਧੀਆ ਸਕੂਲ 'ਚ ਤੇ ਉਮੀਦ ਅਸੀਂ ਕਰਦੇ ਹਾਂ ਕਿ ਇਹ ਵੀ ਆਪਦੀ ਲਾਈਫ 'ਚ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰਦੇ ਰਹਿਣਗੇ। ਤੇ ਮੈਡਮ ਮਨਿੰਦਰ ਦੀ ਬਾਕੀ ਲਾਈਫ 'ਚ ਸਾਰੀਆਂ ਖੁਸ਼ੀਆਂ ਦੀ ਕਾਮਨਾ ਕਰਦੇ ਹੋਏ ਮੇਰੇ ਵੱਲੋਂ ਉਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ ਨਿੱਘਾ ਸਵਾਗਤ। ਜੀ ਆਇਆਂ। ਪਿੰਡ ਦੌਲਤਪੁਰਾ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਬਹੁਤ ਹੀ ਸਤਿਕਾਰਯੋਗ ਅੱਜ ਦੇ ਮੁੱਖ ਮਹਿਮਾਨ ਸ਼੍ਰੀਮਤੀ ਨਿਮਿੰਦਰ ਕੌਰ ਜੀ, ਪੰਜਾਬੀ ਮਿਸਟਰਸ, ਪੂਰਾ ਸਿੱਖੀ ਪਰਿਵਾਰ, ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਅਧਿਆਪਕਾ ਸ਼੍ਰੀਮਤੀ ਆਸ਼ਾ ਰਾਣੀ ਜੀ, ਮੇਰੇ ਸਕੂਲ ਦਾ ਪੂਰਾ ਸਟਾਫ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ। ਜਿੰਨਾ ਇਸ ਸਕੂਲ ਨੇ ਮੈਨੂੰ ਪਿਆਰ ਦਿੱਤਾ, ਕਾਬਲ ਬਣਾਇਆ, ਤੁਹਾਡੇ ਪਿਆਰ ਨੇ ਇੰਨੀ ਛੋਟੀ ਉਮਰ ਦੇ ਵਿੱਚ ਮੈਂ ਕਦੇ ਨਹੀਂ ਭੁਲਾ ਸਕਦਾ। ਅੱਜ ਗੱਲ ਕਰਦੇ ਹਾਂ ਸ਼੍ਰੀਮਤੀ ਨਿਮਿੰਦਰ ਕੌਰ ਜੀ ਮੈਡਮ ਬਾਰੇ। ਜਿੰਨਾ ਕੁ ਟਾਈਮ ਉਹਨਾਂ ਦੇ ਨਾਲ ਸੇਵਾ ਕਰਨ ਦਾ ਮੌਕਾ ਮਿਲਿਆ, ਸਰਵਿਸ ਕਰਨ ਦਾ ਮੌਕਾ ਮਿਲਿਆ, ਤਾਂ ਕਹਿੰਦੇ ਜਦੋਂ ਬੱਚਾ ਪੈਦਾ ਹੁੰਦਾ ਜਨਮ ਤੋਂ, ਤਾਂ ਉਦੋਂ ਹੀ ਪੇਰੈਂਟਸ ਦੇ ਦਿਮਾਗ ਦੇ ਵਿੱਚ ਇਹ ਗੱਲਾਂ ਰੂਟੀਨ 'ਚ ਹੀ ਚੱਲਦੀਆਂ ਕਿ ਬੱਚਾ ਚੰਗੀ ਵਿੱਦਿਆ ਗ੍ਰਹਿਣ ਕਰੇ, ਵਿੱਦਿਆ ਗ੍ਰਹਿਣ ਤੋਂ ਬਾਅਦ ਉਹਨੂੰ ਕੋਈ ਚੰਗੀ ਨੌਕਰੀ ਮਿਲੇ, ਨੌਕਰੀ ਤੋਂ ਬਾਅਦ ਸ਼ਾਦੀ, ਸ਼ਾਦੀ ਤੋਂ ਬਾਅਦ ਬੱਚੇ, ਮਤਲਬ ਕਿ ਉਸ ਤੋਂ ਬਾਅਦ ਮਤਲਬ ਕਿ ਨੌਕਰੀ ਦੌਰਾਨ ਆਪਣਾ ਇਹ ਸਾਰਾ ਸਟੈਪ ਹੁੰਦਾ ਰਿਟਾਇਰਮੈਂਟ ਤੱਕ। ਤਾਂ ਸਾਰੇ ਸਟੈਪ ਮੈਡਮ ਨੇ ਪੂਰੇ ਕੀਤੇ। ਇਹ ਜਿਹੜਾ ਸਟੈਪ ਆ ਰਿਟਾਇਰਮੈਂਟ ਦਾ, ਇਹ ਬਹੁਤ ਹੀ ਉਹ ਇਨਸਾਨ ਭਾਗਾਂ ਵਾਲਾ ਖੁਸ਼ ਨਸੀਬ ਹੁੰਦਾ ਜਿਨ੍ਹਾਂ ਨੂੰ ਇਹ ਦਿਨ ਨਸੀਬ ਹੁੰਦਾ। ਬਹੁਤ ਵਿਰਲੇ ਇਨਸਾਨ ਆ, ਕਿਉਂਕਿ ਜਿਉਂ-ਜਿਉਂ ਸਾਡੀ ਜ਼ਿੰਦਗੀ ਤੇਜ਼ ਹੋਈ ਜਾਂਦੀ ਆ, ਜਿਉਂ-ਜਿਉਂ ਨਵੀਆਂ ਟੈਕਨੀਕਾਂ ਆਈ ਜਾਂਦੀਆਂ, ਉਹਦੇ ਨਾਲ ਨਵੀਆਂ ਬਿਮਾਰੀਆਂ, ਸਾਡੀ ਏਜ ਦਿਨੋਂ ਦਿਨ ਘਟਦੀ ਜਾ ਰਹੀ ਹੈ। ਤੇ ਅੱਜ ਮੈਂ ਮੈਡਮ ਨਿਮਿੰਦਰ ਕੌਰ ਨੂੰ ਬਹੁਤ ਵਧਾਈ ਦਿੰਦਾ, ਪੂਰੇ ਪਰਿਵਾਰ ਨੂੰ ਵਧਾਈ ਦਿੰਦਾ ਕਿ ਅੱਜ ਇਹ ਪਰਮਾਤਮਾ ਦੀ ਮਿਹਰ ਨਾਲ ਵਧੀਆ ਤੰਦਰੁਸਤ ਨੇ ਤੇ ਹਮੇਸ਼ਾ ਇਸੇ ਤਰ੍ਹਾਂ ਹੀ ਪੂਰਾ ਪਰਿਵਾਰ 'ਚ ਖੁਸ਼ੀਆਂ ਖੇੜੇ ਰਹਿਣ ਤੇ ਹਮੇਸ਼ਾ ਤੰਦਰੁਸਤ ਰਹਿਣ, ਅੱਗੇ ਤੋਂ ਦਿਨ ਦੁੱਗਣੀ ਰਾਤ ਚੌਗਣੀ ਹੋਰ ਤਰੱਕੀ ਕਰ। ਤਾਂ ਮੈਡਮ ਦੇ ਨਾਲ ਸਰਵਿਸ ਕਰਨ ਦਾ ਮੌਕਾ ਮਿਲਿਆ ਤੇ ਮੈਡਮ ਨੇ ਜੋ ਵੀ ਬੱਚਿਆਂ ਨੂੰ ਪੜ੍ਹਾਇਆ, ਕਿਉਂਕਿ ਸਾਡਾ ਸਬਜੈਕਟ ਇੱਕ ਹੋਣ ਦੇ ਨਾਂ 'ਤੇ ਸਾਡੇ ਨਾਲ ਇੱਕ ਦੂਜੇ ਨਾਲ ਬਹੁਤ ਜ਼ਿਆਦਾ ਨੇੜਤਾ ਸੀਗੀ। ਜੇ ਕਈ ਵਾਰ ਇਹਨਾਂ ਨੂੰ ਕੋਈ ਪ੍ਰੋਬਲਮ ਹੋ ਜਾਂਦੀ, ਛੁੱਟੀ ਲੈਣੀ ਪੈਂਦੀ, ਤਾਂ ਉਹ ਮੈਂ ਕਲਾਸ ਲਾ ਲੈਂਦਾ, ਜਾਂ ਮੈਨੂੰ ਕਈ ਵਾਰੀ ਕੋਈ ਡਿਊਟੀ ਬਾਹਰ ਲੱਗ ਜਾਂਦੀ, ਸੈਮੀਨਾਰ ਵਗੈਰਾ ਲੱਗ ਜਾਂਦੇ, ਤਾਂ ਇਹਨਾਂ ਨੇ ਉਹ ਮੇਰੀ ਕਲਾਸ ਲੈ ਲੈਣੀ। ਕਦੇ ਕੋਈ ਇਸ ਹੈ ਹੀ ਨਹੀਂ ਸੀਗਾ ਇੱਕ ਦੂਜੇ ਨਾਲ। ਤਾਂ ਮੈਡਮ ਦੇ ਪੜ੍ਹਾਉਣ ਦਾ ਤਰੀਕਾ ਮੈਨੂੰ ਅੱਜ ਵੀ ਆ, ਕਈ ਚੀਜ਼ਾਂ, ਬਹੁਤ ਚੀਜ਼ਾਂ ਇਹਨਾਂ ਤੋਂ ਸਿੱਖਣ ਨੂੰ ਮਿਲੀਆਂ। ਇਸ ਸਕੂਲ 'ਚ ਮੈਨੂੰ 3 ਸਾਲ ਹੋਏ ਆ ਅਜੇ। ਤਾਂ ਇਹਨਾਂ ਦਾ ਜਿਹੜਾ ਪੜ੍ਹਾਉਣ ਦਾ ਤਰੀਕਾ, ਉਹ ਮੈਂ ਬਹੁਤ ਸਾਰੇ ਗੁਣ ਇਹਨਾਂ ਤੋਂ ਅਪਣਾਏ ਆ।
ਕਿ ਬੱਚਿਆਂ ਨੂੰ ਜੋ ਕੁਛ ਇਹ ਮਤਲਬ ਕਿ ਹੁਣ ਤੱਕ ਵੀ ਨਹੀਂ ਤਾਂ ਪਹਿਲੇ 10 ਕੁ ਸਾਲ ਅਗਲਾ ਬਹੁਤ ਜ਼ਿਆਦਾ ਮਿਹਨਤ ਕਰਾਉਂਦਾ, ਉਸ ਤੋਂ ਬਾਅਦ ਹੌਲੀ 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 ਉਹ ਘਟਦਾ ਗ੍ਰਾਫ ਘਟ ਜਾਂਦਾ। ਪਰ ਮੈਡਮ ਹੁਣ ਤੱਕ ਬੋਲ ਕੇ ਕਰਾਉਂਦੇ ਸੀ, ਉੱਚੀ ਬੋਲ ਕੇ, ਜਿਵੇਂ ਆਪਾਂ ਪਹਿਲੀ ਦੂਸਰੀ ਵਾਲੇ ਬੱਚਿਆਂ ਨੂੰ ਕਰਾਉਂਦੇ ਆ ਨਾ, ਉੱਚੀ ਬੋਲ ਕੇ ਉਸ ਤਰ੍ਹਾਂ ਕਰਵਾਉਂਦੇ ਸੀ। ਤਾਂ ਬੱਚਿਆਂ ਦੇ ਜਦੋਂ ਇਸ ਤਰ੍ਹਾਂ ਐਟੋਮੈਟਿਕਲੀ ਉਹ ਇੱਕ ਚੀਜ਼ ਆਕਾਰ ਬਣ ਜਾਂਦਾ ਹੈਗਾ ਤੇ ਉਹ ਚੀਜ਼ ਭੁੱਲਦੇ ਹੀ ਨਹੀਂ ਸੀ। ਕਿਉਂਕਿ ਪੜ੍ਹਾਉਣ ਦਾ ਤਰੀਕਾ ਬਹੁਤ ਵਧੀਆ ਸੀਗਾ। ਇਹਨਾਂ ਤੋਂ ਬੜਾ ਕੁਝ ਸਿੱਖਣ ਨੂੰ ਮਿਲਿਆ, ਬੜਾ ਸਬਜੈਕਟ ਬਾਰੇ ਸਿੱਖਣ ਨੂੰ ਮਿਲਿਆ, ਕਦਰਾਂ ਕੀਮਤਾਂ ਬਾਰੇ ਸਿੱਖਣ ਨੂੰ ਮਿਲਿਆ, ਬਹੁਤ ਸਾਰੀਆਂ ਚੀਜ਼ਾਂ ਸਿੱਖਣ ਨੂੰ ਮਿਲੀਆਂ। ਅਤੇ ਪ੍ਰਮਾਤਮਾ ਮੂਹਰੇ ਅਰਦਾਸ ਕਰਦਾ ਸਾਡੇ ਸਾਰੇ ਇਸ ਪਰਿਵਾਰ ਦੇ ਵਿੱਚ ਇਸੇ ਤਰ੍ਹਾਂ ਪਿਆਰ ਬਣਿਆ ਰਹੇ, ਹਰ ਇੱਕ ਦਾ ਸਤਿਕਾਰ ਬਣਿਆ ਰਹੇ। ਤਾਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਇਹ ਸਕੂਲ ਮੇਰਾ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ। ਬਹੁਤ ਬਹੁਤ ਧੰਨਵਾਦ। ਸ਼ੁਕਰੀਆ। ਪਰਵਿੰਦਰ ਸਰ ਨੇ ਨਮਿੰਦਰ ਮੈਡਮ ਦੇ ਪੜ੍ਹਾਉਣ ਦੇ ਤਰੀਕੇ, ਮੈਥਡ ਆਫ ਟੀਚਿੰਗ ਦੇ ਬਾਰੇ 'ਚ ਬੜੀਆਂ ਵਧੀਆ ਗੱਲਾਂ ਕੀਤੀਆਂ, ਕਿਉਂਕਿ ਉਹ ਆਪਸ 'ਚ ਪੰਜਾਬੀ ਟੀਚਰ ਹੋਣ ਕਰਕੇ ਦੋਨੋਂ ਉਹਨਾਂ ਨੂੰ ਜ਼ਿਆਦਾ ਇੱਕ ਦੂਸਰੇ ਦੇ ਬਾਰੇ 'ਚ ਪਤਾ ਲੱਗਦਾ। ਅਤੇ ਇਸ ਤੋਂ ਬਾਅਦ ਮੈਂ ਸਾਡੇ ਮੈਡਮ ਸੁਖਦੀਪ ਕੌਰ ਨੂੰ ਬੇਨਤੀ ਕਰਦੀ ਹਾਂ ਉਹ ਆਉਣ ਅਤੇ ਸਾਡੇ ਨਾਲ ਕੁਝ ਵਧੀਆ ਜਿਹੀਆਂ ਗੱਲਾਂ ਕਰਨ। ਅਸੀਂ ਉਹਨਾਂ ਨੂੰ ਸੁਣਨਾ ਚਾਹੁੰਦੇ ਹਾਂ। ਅੱਜ ਦੇ ਮੁੱਖ ਮਹਿਮਾਨ ਮੈਡਮ ਨਮਿੰਦਰ ਜੀ, ਸੰਸਥਾ ਦੇ ਮੁਖੀ ਮੈਡਮ ਆਸ਼ਾ ਜੀ, ਨਮਿੰਦਰ ਮੈਡਮ ਨਾਲ ਇੱਕ ਪਰਿਵਾਰਕ ਮੈਂਬਰ ਸਾਹਿਬਾਨ ਸਰਦਾਰ ਕੁਲਵਿੰਦਰ ਸਿੰਘ ਜੀ ਅਤੇ ਮੇਰੇ ਅਧਿਆਪਕ ਸਾਥੀ। ਅੱਜ ਦੇ ਸ਼ੁਭ ਅਵਸਰ, ਇਹ ਸੱਚਮੁੱਚ ਇੱਕ ਸ਼ੁਭ ਅਵਸਰ ਹੈ ਕਿਉਂਕਿ ਇਹ ਬਹੁਤ ਭਾਗਾਂ ਦੀ ਘੜੀ ਹੈ ਅਤੇ ਅਸੀਂ ਕਾਮਨਾ ਕਰਦੇ ਹਾਂ ਕਿ ਹਰ ਇੱਕ ਦੀ ਜ਼ਿੰਦਗੀ 'ਚ ਇਹ ਦਿਨ ਇਵੇਂ ਖੁਸ਼ੀਆਂ ਭਰਿਆ ਹੋਵੇ। ਅੱਜ ਦਾ ਮੁੱਖ ਕੇਂਦਰ ਮੈਡਮ ਨਮਿੰਦਰ ਜੀ, ਇਹਨਾਂ ਨੇ ਜਦੋਂ ਜੁਆਇਨ ਕੀਤਾ ਤਾਂ ਉਹ 2 ਮਹੀਨੇ ਬੜੇ ਟੈਨਸ਼ਨ ਦੇ ਅਤੇ ਡਿਸਟਰਬੈਂਸ ਦੇ ਰਹੇ ਸਾਡੇ ਲਈ, ਕਿਉਂਕਿ ਇਹਨਾਂ ਦੇ ਨਾਲ ਹੀ ਇੱਕ ਪੰਜਾਬੀ ਟੀਚਰ ਦੇ ਹੋਰ ਆਰਡਰ ਆ ਗਏ। ਉਹ ਇੱਕ ਪ੍ਰੈਸਟੀਜ ਇਸ਼ੂ ਸੀ ਪੋਲੀਟੀਕਲ ਲੈਵਲ ਦਾ, ਅਤੇ ਜਿਨ੍ਹਾਂ ਕਰਕੇ ਅਸੀਂ ਇਹਨਾਂ ਨੂੰ ਥੋੜ੍ਹੀ ਦੇਰ ਲਈ ਡੀਓ ਦਫ਼ਤਰ ਇਹਨਾਂ ਨੂੰ ਡਿਊਟੀ ਦੇਣੀ ਪਈ, ਰਿਲੀਵ ਕੀਤਾ। ਉਹ ਟਾਈਮ ਮੈਡਮ ਲਈ ਕਾਫੀ ਮਤਲਬ ਸੀ ਪਰੇਸ਼ਾਨੀ ਦਾ ਕਿ ਆਰਡਰ ਹੋਣਗੇ ਨਹੀਂ ਹੋਣਗੇ, ਪਰ ਇੰਨੀ ਕੁ ਤਸੱਲੀ ਸੀ ਕਿ ਉਹ ਲੜਕੇ ਦੀ ਐਜ਼ ਆ ਲੈਕਚਰਰ ਹੋਈ ਸੀ ਅਪੁਆਇੰਟਮੈਂਟ, ਉਹਨੇ ਰਿਲੀਵ ਹੋਣਾ ਹੀ ਸੀ, ਪਰ ਉਹ ਜਿੰਨੀ ਦੇਰ ਰਿਲੀਵ ਨਹੀਂ ਹੋਇਆ ਉਨੀ ਦੇਰ ਤਾਂ ਸਮੱਸਿਆ ਸੀ। ਉਸ ਤੋਂ ਬਾਅਦ ਇਹਨਾਂ ਨੇ ਵੱਡੀ ਭੈਣ ਦੀ ਤਰ੍ਹਾਂ ਸਾਡੀ ਰਹਿਨੁਮਾਈ ਕੀਤੀ, ਸਾਰੀਆਂ ਭੈਣਾਂ ਦੀ। ਅਤੇ ਉਦੋਂ ਸਾਡੇ ਕੋਲ ਜੈਂਟ ਸਟਾਫ 'ਚ ਸਿਰਫ ਸਰਦਾਰ ਹਰਪਿਆਰ ਸਿੰਘ ਸੀ, ਬਾਕੀ ਅਸੀਂ ਸਾਰੀਆਂ ਲੇਡੀਜ਼ ਸੀ, ਲਾਪੀ ਤੋਂ ਹੈੱਡ ਤੱਕ। ਅਤੇ ਸਾਡੇ ਕੋਲ ਸਮੱਸਿਆਵਾਂ ਨੂੰ ਇੰਨੇ ਸੁਲਝੇ ਢੰਗ ਨਾਲ ਸੁਲਝਾਉਣ ਲਈ ਕੋਈ ਮਤਲਬ ਇਹ ਨਹੀਂ ਸੀ ਕਿ ਅਸੀਂ ਹੁਣ ਕਿਹਨੂੰ ਕਹੀਏ ਕਿ ਅਸੀਂ ਕਿੱਥੇ ਜਾਣਾ ਹੈ। ਉਹ ਸਮਾਂ ਕੁਛ ਇਹੋ ਜਿਹਾ ਨਹੀਂ ਸੀ, ਸਾਨੂੰ ਕੋਰਟ ਕਚਹਿਰੀ ਵੀ ਜਾਣਾ ਪਿਆ, ਅਸੀਂ DC ਆਫਿਸ ਤੱਕ ਵੀ ਗਈਆਂ, ਪਰ ਇਹਨਾਂ ਦੀ ਰਹਿਨੁਮਾਈ 'ਚ ਅਸੀਂ ਹਰ ਇੱਕ ਕੰਮ ਨੂੰ ਬਹੁਤ ਸੁਲਝੇ ਤਰੀਕੇ ਨਾਲ ਕੀਤਾ। ਇਹਨਾਂ ਨੇ ਸਾਨੂੰ ਮਤਲਬ ਬਹੁਤ ਅੱਛਾ ਗਾਈਡ ਕੀਤਾ। ਅਸੀਂ 6 ਘੰਟੇ ਇੱਥੇ ਕੱਟਦੇ ਹਾਂ, ਆਪਣੇ ਪਰਿਵਾਰ ਨਾਲ ਅਸੀਂ 6 ਘੰਟੇ ਨਹੀਂ ਕੱਟਦੇ। 6 ਘੰਟੇ ਅਸੀਂ ਰਹਿੰਦੇ ਜ਼ਰੂਰ ਹਾਂ ਆਪਣੇ ਪਰਿਵਾਰ ਨਾਲ, ਪਰ ਉਹ ਕੰਮਾਂ ਕਾਜਾਂ ਸਾਰੀ ਆਪਣੀਆਂ ਡਿਊਟੀਜ਼ ਨੂੰ ਨਿਭਾਉਂਦਿਆਂ ਨਿਕਲ ਜਾਂਦੇ ਹਾਂ। 6 ਮਤਲਬ ਉਹ ਟਾਈਮ ਅਸੀਂ ਪਰਿਵਾਰਿਕ ਤੌਰ 'ਤੇ ਇਕਜੁੱਟ ਹੋ ਕੇ ਨਹੀਂ ਬੰਦੇ ਕਰੀ। ਇਸ ਟਾਈਮ 'ਚ ਮੈਡਮ ਆਏ 7 8 12 ਸਾਲ ਦੇ ਵਿੱਚ ਮੈਡਮ ਦੇ ਨਾਲ ਅਸੀਂ ਜਿਵੇਂ ਸਕੀਆਂ ਭੈਣਾਂ ਪਿਆਰ ਨਾਲ ਆਪਸ 10 ਵਾਰੀ ਲੜਦੀਆਂ ਅਤੇ 10 ਵਾਰੀ ਬੋਲਦੀਆਂ। ਮਾਵਾਂ ਸਾਨੂੰ ਝਿੜਕਦੀਆਂ, ਅਸੀਂ ਮਾਂ ਦੀ ਝਿੜਕ ਦਾ ਬਿਨਾਂ ਕਿਸੇ ਗੁੱਸੇ ਦੇ ਉਸ ਗੱਲ 'ਤੇ ਅਮਲ ਕਰਦੇ ਹਾਂ। ਇਹ ਸਾਰਾ ਸਮਾਂ ਸਾਡਾ ਉਵੇਂ ਰਿਹਾ। ਮੈਂ ਕਹਾਂ ਕਿ ਅਸੀਂ ਬਹੁਤ ਮਿੱਠੀਆਂ ਗੱਲਾਂ ਕਰਕੇ ਸਾਰਾ ਦਿਨ ਇੱਕ ਦੂਜੇ ਦੀ ਚਾਪਲੂਸੀ ਕਰਦੇ ਸੀ। ਅਸੀਂ ਕੁਛ ਇਹੋ ਜਿਹਾ ਨਹੀਂ ਸੀ ਕਰਦੇ। ਅਸੀਂ ਸਕੀਆਂ ਭੈਣਾਂ, ਸਕੀਆਂ ਮਾਵਾਂ ਧੀਆਂ ਵਾਂਗੂ ਇੱਕ ਦੂਜੇ ਨਾਲ ਵਰਤਦੇ ਸੀ। ਜੇ ਮੈਂ ਗਲਤ ਸੀ ਤਾਂ ਇਹ ਮੈਨੂੰ ਕਹਿੰਦੇ ਨਹੀਂ ਸੀ
ਤੇ ਜੇ ਇਹ ਮੈਨੂੰ ਕਹਿੰਦੇ ਸੀ ਤੇ ਮੈਂ ਗੁੱਸਾ ਵੀ ਨਹੀਂ ਕਰਾਂ ਤੇ ਮੰਨਦੀ ਵੀ ਸੀ, ਇਕੱਲੀ ਮੈਂ ਨਹੀਂ, ਅਸੀਂ ਸਾਰਾ ਸਟਾਫ। ਇਸੇ ਦੌਰਾਨ ਹੋ ਸਕਦਾ ਹੈ ਕਿ ਅਸੀਂ ਵੀ ਕਈ ਵਾਰੀ ਧੱਕਾ ਕਰ ਜਾਈਏ, ਕੁਦਰਤੀ ਹੈ, ਘਰ ਦੇ ਪਰਿਵਾਰਕ ਮੈਂਬਰ ਨੇ, ਵੱਡੀਆਂ ਭੈਣਾਂ ਛੋਟੀਆਂ ਨੂੰ ਵੀ ਕਹਿੰਦੀਆਂ, ਛੋਟੀਆਂ ਵੱਡੀਆਂ ਨੂੰ ਵੀ ਕਹਿੰਦੀਆਂ, ਤਾਂ ਹੀ ਰਲ ਕੇ ਜ਼ਿੰਦਗੀ ਖੁਸ਼ੀ ਖੁਸ਼ੀ ਬੀਤਦੀ ਹੈ। ਤੇ ਮੈਂ ਮੈਡਮ ਨੂੰ ਬੜੇ ਪਿਆਰ ਨਾਲ ਕਹੂੰਗੀ ਕਿ ਸਾਡੀਆਂ ਚੰਗੀਆਂ ਚੰਗੀਆਂ ਯਾਦਾਂ ਲੈ ਜਿਓ, ਜਿਹੜੀ ਗੱਲ ਕੋਈ ਸਾਡੀ ਚੰਗੀ ਨਾ ਲੱਗੀ ਹੋਈ ਤੁਹਾਨੂੰ, ਉਹ ਇੱਥੇ ਹੀ ਛੱਡ ਕੇ ਜਾਇਓ, ਅੱਜ ਆਉਣ ਵਾਲੀ ਜ਼ਿੰਦਗੀ 'ਚ ਉਹਨੂੰ ਨਾਲ ਨਾ ਲੈ ਕੇ ਜਾਇਓ। ਠੀਕ ਹੈ ਜੀ। ਬਲਵਿੰਦਰ, ਮੈਨੂੰ ਬੜਾ ਚੰਗਾ ਲੱਗਾ ਤੂੰ ਆ ਕੇ ਬੋਲਿਆ ਮੇਰੇ ਸਕੂਲ ਦੇ ਅਧਿਆਪਕ ਸਾਹਿਬਾਨ, ਮੇਰਾ ਸਕੂਲ, ਇੱਕ ਸਕੂਨ ਦਿੱਤਾ ਇਸ ਗੱਲ ਨੇ। ਤੇਰੀ ਫੇਸਬੁੱਕ ਪ੍ਰੋਫਾਈਲ ਤੇ ਫੋਟੋ ਲੱਗੀ ਜਿਹੜੀ ਉਹ ਆਪਣੇ ਸਟਾਫ ਦੀ ਲੱਗੀ ਹੈ, ਪਰਸੋਂ ਚੌਥੇ ਤੇਰੇ WhatsApp ਤੇ ਜਿਹੜੀ ਪਿਕਚਰ ਲਗਾਈ ਸੀ ਉਹ ਵੀ ਸਾਡੇ ਸਟਾਫ ਦੀ ਹੈ। ਮੈਨੂੰ ਮਹਿਸੂਸ ਹੋਇਆ ਕਿ ਇਹ ਬੰਦਾ ਵੀ ਹੁਣ ਸਾਡੇ ਪਰਿਵਾਰ ਦਾ ਮੈਂਬਰ ਹੈ, ਤਾਂ ਹੀ ਇਹ ਮਤਲਬ ਹਜੇ ਤੱਕ ਇੱਥੋਂ ਟੁੱਟ ਨਹੀਂ ਸਕਿਆ ਤੇ ਸਾਡੇ ਨਾਲ ਜੁੜਿਆ ਹੋਇਆ। ਇਹ ਸ਼ਬਦ ਬਹੁਤ ਸਕੂਨ ਦਿੰਦੇ ਆ ਕਿਉਂਕਿ ਇਹ ਸ਼ਬਦ ਤੁਹਾਡੇ ਤੋਂ ਅੰਦਰੋਂ ਨਿਕਲਦੇ ਆ। ਤੇ ਮੈਂ ਕਾਮਨਾ ਕਰੂੰਗੀ ਕਿ ਮੈਡਮ ਆਪਣੀ ਜ਼ਿੰਦਗੀ ਦੇ ਇੱਕ ਅਗਲੇ ਸਟੈਪ 'ਚ ਜਾ ਰਹੇ ਆ, ਜਿੱਥੇ ਉੱਥੇ ਇਹਨਾਂ ਨੂੰ ਪਰਮਾਤਮਾ ਢੇਰ ਸਾਰੀਆਂ ਖੁਸ਼ੀਆਂ ਦੇਵੇ, ਤੰਦਰੁਸਤੀ ਦੇਵੇ। ਗੁਰੂ ਨਾਲ ਲੱਗੇ ਹੋਏ ਨੇ, ਪਰਮਾਤਮਾ ਇਹਨਾਂ ਤੇ ਬਖਸ਼ਿਸ਼ ਬਣਾਈ ਰੱਖੇ। ਇਹ ਸਾਡੀ ਸਦਾ ਰਹਿਨੁਮਾਈ ਕਰਦੇ ਰਹੇ ਇਸੇ ਤਰ੍ਹਾਂ ਚੰਗੀ ਤਰ੍ਹਾਂ। ਕੁਆਲਿਟੀਜ਼ ਗਿਣਾਉਣ ਲੱਗੀਏ, ਸ਼ਬਦ ਖਤਮ ਹੋ ਜਾਣਗੇ, ਸ਼ਬਦਕੋਸ਼ ਖਤਮ ਹੋ ਜਾਣਗੇ। ਉਹ ਜਿਵੇਂ ਇਹਨਾਂ ਦੀਆਂ ਕੁਆਲਿਟੀਜ਼ ਦੀਆਂ ਗੱਲਾਂ ਕਰ ਰਹੇ ਸਾਰੇ, ਮੈਨੂੰ ਵੀ ਇੱਕ ਚੀਜ਼ ਮਾਈਂਡ 'ਚ ਆਉਂਦੀ ਆ। ਜਦੋਂ ਇਹ ਇੱਥੇ ਟ੍ਰਾਂਸਫਰ ਹੋ ਕੇ ਆਏ, ਲਗਭਗ ਉਦੋਂ ਤੋਂ ਹੀ ਲਾਇਬ੍ਰੇਰੀ ਦਾ ਚਾਰਜ ਇਹਨਾਂ ਕੋਲ, ਔਰ ਇੰਨੇ ਵਧੀਆ ਤਰੀਕੇ ਨਾਲ ਇਹਨਾਂ ਨੇ ਬੱਚਿਆਂ ਨੂੰ ਕਿਤਾਬਾਂ ਨਾਲ ਜੋੜਿਆ, ਜਿਹੜੀ ਕਿ ਅੱਜ ਇੰਡੀਆ ਦੇ ਵਿੱਚ, ਇੰਡੀਆ ਦੇ ਸਭ ਤੋਂ ਵੱਡੀ ਵੀ ਆਪਾਂ ਕਹਿ ਸਕਦੇ ਹਾਂ ਇਹ ਬਦਕਿਸਮਤੀ ਹੈ ਕਿ ਸਾਡੇ ਲੋਕ ਕਿਤਾਬਾਂ ਨਾਲ ਨਹੀਂ ਜੁੜੇ। ਫਿਲਮ ਦੇਖ ਲੈਣਗੇ 250 ਰੁਪਏ ਦੀ, ਜਾ ਕੇ ਇੱਕ ਟਿਕਟ ਖਰੀਦ ਲੈਣਗੇ 500 ਦੀ, ਪਰ ਕਿਤਾਬ ਜਾਂ ਤਾਂ ਕਿਸੇ ਦੀ ਮੰਗੀ ਇੱਧਰੋਂ ਉੱਧਰੋਂ, ਚਾਹੇ ਕੋਈ 2 ਅੱਖਰ ਪੜ੍ਹ ਲੇ, ਕੋਈ ਕਿਤਾਬ ਤੇ ਪੈਸੇ ਲਾ ਕੇ ਨਹੀਂ ਰਾਜੀ, ਕੋਈ ਪੜ੍ਹ ਕੇ ਨਹੀਂ ਰਾਜੀ। ਤੇ ਇਹਨਾਂ ਨੇ ਬੱਚਿਆਂ ਨੂੰ ਉਦੋਂ ਤੋਂ ਹੀ ਇੰਨੇ ਆਰਗੇਨਾਈਜ਼ਡ ਵੇ ਨਾਲ ਇਹਨਾਂ ਨੇ ਲਾਇਬ੍ਰੇਰੀ ਨੂੰ ਸੰਭਾਲਿਆ। ਫਿਰ ਨੈਕਸਟ ਇਹਨਾਂ ਨੇ ਸਾਡੇ ਬੱਚਿਆਂ ਨੂੰ ਬਾਣੀ ਨਾਲ ਇੰਨਾ ਵਧੀਆ ਜੋੜ ਕੇ ਰੱਖਿਆ। ਨਹੀਂ ਤਾਂ ਅੱਜ ਕੱਲ੍ਹ ਬੱਚੇ, ਤੁਹਾਨੂੰ ਪਤਾ ਹੈ, ਕੋਈ ਫਿਲਮਾਂ ਦੇਖ ਲੀਆਂ, ਗਾਣੇ ਸੁਣ ਲਏ, ਉੱਧਰ ਤਾਂ ਬੱਚਿਆਂ ਦਾ ਚਲਨ ਬਹੁਤ ਹੈ, ਪਰ ਜੇਕਰ ਕੋਈ ਅੱਛੀਆਂ ਗੱਲਾਂ ਤੋਂ ਤਾਂ ਆਪਣਾ ਸਮਾਜ ਪਿੱਛੇ ਜਾਈ ਜਾਂਦੇ ਹੈ। ਪਰ ਇਹਨਾਂ ਨੇ ਪੂਰੀ ਡੈਡੀਕੇਸ਼ਨ ਦੇ ਨਾਲ ਇਸ ਚੀਜ਼ ਨੂੰ, ਔਰ ਜਿੰਨੀ ਵੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਾਲਿਆਂ ਦੀਆਂ ਐਕਟੀਵਿਟੀਜ਼ ਹੁੰਦੀਆਂ ਸੀ, ਉਹ ਸਾਰੀਆਂ ਇਹਨਾਂ ਦੀ ਰਿਸਪੌਂਸਿਬਿਲਟੀ ਸੀ। ਚਾਹੇ ਉਹ ਬੱਚਿਆਂ ਨੂੰ ਕਿਤਾਬ ਦਿਵਾਉਣੀ, ਚਾਹੇ ਉਹ ਕੋਈ ਫੀਸ ਭਰਨੀ, ਚਾਹੇ ਉਹ ਡਾਕਟਰ ਸਾਹਿਬ ਜਿਹੜੇ ਡਾਕਟਰ ਕਰਨਵੀਰ, ਉਹਨਾਂ ਨਾਲ ਕੋਈ ਕਮਿਊਨੀਕੇਟ ਕਰਨਾ, ਇਹੀ ਆਪਣੇ ਲੈਵਲ ਤੇ ਕਰਦੇ ਸੀ। ਸਾਨੂੰ ਤਾਂ ਕਦੇ ਪਤਾ ਹੀ ਨਹੀਂ ਸੀ ਸਾਰਾ। ਇਹ ਬੜੇ ਹੀ ਸੁਚੱਜੇ ਢੰਗ ਨਾਲ ਸਾਡੇ ਮਤਲਬ ਟਹਿਣਾ ਪਿੰਡ ਦੇ ਲੋਕਾਂ ਨੂੰ ਇਹਨਾਂ ਨੇ ਨੈਤਿਕ ਸਿੱਖਿਆ ਦੇ ਨਾਲ, ਮੈਨੂੰ ਤਾਂ ਲੱਗਦਾ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਜੋੜ ਕੇ ਰੱਖੀ। ਇਸ ਤੋਂ ਬਾਅਦ ਮੈਂ ਵੋਲੰਟਰੀਲੀ, ਚਾਹੇ ਦੱਸੋ ਮੈਡਮ, ਬੋਲੋ, ਤੁਸੀਂ ਆਓਗੇ? ਮੈਂ ਰਿਕੁਐਸਟ ਕਰਦੀ ਹਾਂ ਨਵਿੰਦਰ ਸਿੰਘ ਸੇਠੀ, ਸਾਡੇ ਨਮਿੰਦਰ ਕੌਰ ਮੈਡਮ ਦੇ ਸੁਪੁੱਤਰ, ਉਹ ਸਾਡੇ ਨਾਲ, ਸਾਡਾ ਬੇਟਾ ਕੁਝ ਸਾਨੂੰ ਵਧੀਆ ਵਧੀਆ ਗੱਲਾਂ ਦੱਸੂਗਾ। ਠੀਕ ਹੈ ਜਿੰਮੀ, ਹੈ ਨਾ? ਤੂੰ ਆਪਣੇ ਇੰਸਟੀਚਿਊਟ ਦੀਆਂ ਗੱਲਾਂ ਸਾਨੂੰ ਦੱਸ, ਹੈ ਇੰਸਟੀਚਿਊਟ ਕਿਵੇਂ ਚੱਲਦਾ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਭ ਤੋਂ ਪਹਿਲਾਂ ਤਾਂ ਸਾਰੇ ਮੁੱਖ ਅਧਿਆਪਕ ਸਹਿਬਾਨ ਤੇ ਜਿੰਨੇ ਵੀ ਸਟਾਫ ਮੈਂਬਰ ਆਏ ਨੇ, ਜਿਨ੍ਹਾਂ ਨੇ ਅੱਜ ਹਾਜ਼ਰੀ ਭਰੀ ਹੈ ਇਸ ਮੌਕੇ ਤੇ, ਮੈਂ ਆਪਣੇ ਤੇ ਆਪਣੇ ਸਾਰੇ ਪਰਿਵਾਰ ਵੱਲੋਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਆਉਣ ਵਾਸਤੇ। ਤੇ ਇਸ ਖੁਸ਼ੀ ਦੇ ਮੌਕੇ ਤੇ ਸਾਰੇ ਸਟਾਫ ਨਾਲ
ਇਹ ਚੀਜ਼ ਸਾਂਝੀ ਕਰਦੇ ਹੋਏ ਅੱਜ ਦਾ ਜਿਹੜਾ ਪ੍ਰੋਗਰਾਮ ਜਿਹੜਾ ਤੁਸੀਂ ਆਰਗੇਨਾਈਜ਼ ਕੀਤਾ ਬਹੁਤ ਹੀ ਚੰਗਾ ਲੱਗਿਆ। ਸਕੂਲ ਤੋਂ ਤਾਂ ਜ਼ਰੂਰ ਇਹ ਰਿਟਾਇਰਮੈਂਟ ਲੈ ਰਹੇ ਨੇ। ਸ਼ੁਰੂ ਵਿੱਚ ਕਾਫੀ ਇਸ ਗੱਲ ਨੂੰ ਲੈ ਕੇ ਕਾਹਲੇ ਵੀ ਸੀਗੇ ਰਿਟਾਇਰਮੈਂਟ ਜਲਦੀ ਹੋ ਜਾਵੇ, ਪਰ ਜਿਵੇਂ ਜਿਵੇਂ ਦਿਨ ਨੇੜੇ ਆਉਂਦੇ ਗਏ ਉਵੇਂ ਮਨ ਉਦਾਸ ਵੀ ਹੁੰਦਾ ਗਿਆ। ਅੱਜ ਸਵੇਰੇ ਇਹਨਾਂ ਦਾ ਆਉਣ ਦਾ ਮਨ ਨਹੀਂ ਸੀ ਕਿ ਅੱਜ ਦਾ ਦਿਨ ਮਤਲਬ ਔਖਾ ਬਤੀਤ ਹੋਊਗਾ, ਵੀ ਹੁਣ ਅੱਜ ਤੋਂ ਬਾਅਦ ਸਕੂਲ ਦੀ ਜ਼ਿੰਮੇਵਾਰੀਆਂ ਤੋਂ ਮੁਕਤੀ ਮਿਲ ਗਈ ਕਹਿ ਲਓ, ਜਾਂ ਵੀ ਨਹੀਂ ਹਿੱਸਾ ਲੈ ਪਾਉਣਗੇ। ਇਸ ਗੱਲ ਨੂੰ ਲੈ ਕੇ ਕਾਫੀ ਉਦਾਸ ਨੇ। ਤੇ ਇਸ ਤੋਂ ਬਾਅਦ ਬਸ ਇੱਕ ਛੋਟੀ ਜੀ ਸਾਰੇ ਪਰਿਵਾਰ ਨੂੰ ਮੈਂ ਬੇਨਤੀ ਇਹੀ ਕਰਨਾ ਚਾਹੂੰਗਾ ਵੀ ਜਦੋਂ ਵੀ ਕੋਈ ਵੀ ਸਕੂਲ ਦਾ ਆਪਾਂ ਕੋਈ ਨਿੱਕਾ ਮੋਟਾ ਕੋਈ ਫੰਕਸ਼ਨ ਕਰਨਾ ਹੈ ਜਾਂ ਕੋਈ ਦੁੱਖ ਸੁੱਖ ਦਾ ਕੋਈ ਸਮਾਂ ਆਵੇ, ਤੇ ਸਾਰਿਆਂ ਨੇ ਜ਼ਰੂਰ ਪਰ ਜ਼ਰੂਰ ਯਾਦ ਕਰਨਾ, ਤੇ ਅਸੀਂ ਜਿਵੇਂ ਮਰਜ਼ੀ ਔਖੇ ਸੌਖੇ ਜ਼ਰੂਰ ਹਾਜ਼ਰੀ ਭਰਾਂਗੇ। ਤੇ ਸਾਰਿਆਂ ਨੇ ਇਸ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਜ਼ਰੂਰ ਪ੍ਰਾਇਓਰਟੀ ਦੇ ਮੈਸੇਜ ਦੇ ਕਾਲ ਮੈਨੂੰ ਵੀ ਕਰ ਦੇਣੀ ਹੈ, ਤਾਂ ਕਿ ਮੈਂ ਇਹਨਾਂ ਨੂੰ ਹਰੇਕ ਮੌਕੇ 'ਤੇ ਸ਼ਾਮਿਲ ਕਰਵਾ ਸਕਾਂ। ਧੰਨਵਾਦ। ਜਿਮੀ ਦੀਆਂ ਥਾਟਸ ਸੁਣ ਕੇ ਤੇ ਮੈਂ ਤਾਂ ਇਹ ਸੋਚਦੀ ਹਾਂ ਵੀ ਨਮਿੰਦਰ ਮੈਡਮ ਜਿਵੇਂ ਚਲੋ ਅੱਜ ਰਿਟਾਇਰ ਹੋ ਰਹੇ ਆ, ਬਲਵਿੰਦਰ ਸਰ ਪ੍ਰਮੋਟ ਹੋ ਕੇ ਚਲੇ ਗਏ, ਇਹਨਾਂ ਨੇ ਜੋ ਆਪਣਾਪਨ ਤੇ ਪਿਆਰ ਸਾਨੂੰ ਦਿੱਤਾ ਉਸ ਦੇ ਸਦਕਾ ਹੀ ਹਮੇਸ਼ਾ ਸਾਡੇ ਦਰਮਿਆਨ ਬਣੇ ਰਹਿਣਾ। ਸਕੂਲ ਤੋਂ ਰਿਟਾਇਰ ਹੋ ਰਹੇ ਆ ਅੱਜ ਜਾਂ ਇਹ ਪ੍ਰਮੋਟ ਹੋ ਕੇ ਚਲੇ ਗਏ, ਸਾਡੇ ਦਿਲਾਂ ਦੇ ਵਿੱਚ ਹਮੇਸ਼ਾ ਇਹਨਾਂ ਦੀ ਉਹੀ ਜਗ੍ਹਾ ਬਣੀ ਰਹੀ। ਜਦੋਂ ਵੀ ਸਾਨੂੰ ਯਾਦ ਕਰਨਗੇ ਤੇ ਸਾਡਾ ਮਾਰਗਦਰਸ਼ਨ ਕਰਦੇ ਰਹੀਓ ਹਮੇਸ਼ਾ ਇਸੇ ਤਰ੍ਹਾਂ। ਇਸ ਤੋਂ ਬਾਅਦ ਮੈਂ ਸਾਡੇ ਬਹੁਤ ਹੀ ਉਤਾਵਲੇ ਹੋਏ ਸਾਥੀ ਮੈਡਮ ਮੈਥ ਮਿਸਟਰਸ ਸ਼੍ਰੀਮਤੀ ਰਣਦੀਪ ਕੌਰ ਜੀ, ਜਿਹੜੇ ਕਿ ਬਹੁਤ ਹੀ ਜਾਲੀ ਨੇਚਰ ਦੇ ਆ, ਮਾਹੌਲ ਨੂੰ ਬੜਾ ਹੀ ਖੁਸ਼ਗਵਾਰ ਬਣਾ ਦੇਣਗੇ ਤੇ ਉਹ ਆਪਣੇ ਨਾਲ ਆਪਣੀਆਂ ਸਾਂਝੀਆਂ ਕਰਨਗੇ ਥਾਟਸ। ਬਹੁਤ ਹੀ ਸਤਿਕਾਰਯੋਗ ਸਾਡੇ ਐਡਮਿਨ ਤੇ ਅੱਜ ਦੇ ਮੁੱਖ ਮਹਿਮਾਨ ਪੰਜਾਬੀ ਮੈਡਮ, ਜਿਹੜੀ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ, ਨਰਿੰਦਰ ਮੈਡਮ ਤੇ ਪੰਜਾਬੀ ਅਧਿਆਪਕ ਸਰਦਾਰ ਬਲਵਿੰਦਰ ਸਿੰਘ ਜੀ। ਮੈਂ ਪਹਿਲਾਂ ਤਾਂ ਨਹੀਂ ਸੀ ਬੋਲਦੀ, ਮੈਂ ਕਿਹਾ ਚੱਲ ਕੀ ਕਰਨਾ ਬੋਲ ਕੇ। ਹੁਣ ਮੈਨੂੰ ਜਦੋਂ ਬੇਟਾ ਆਇਆ ਨਾ ਇਹਨਾਂ ਦਾ ਉੱਠ ਕੇ, ਤੇ ਮੈਨੂੰ ਲੱਗਿਆ ਵੀ ਮੈਨੂੰ ਕੁਛ ਆਪਦੀ ਗੱਲ ਚੇਤੇ ਆਈ ਜਦੋਂ ਮੇਰੀ ਮੰਮੀ ਰਿਟਾਇਰ ਹੋਏ ਸੀ। ਇੱਕ ਬੰਦੇ ਦੇ ਮਨ ਵਿੱਚ ਗੱਲ ਹੁੰਦੀ ਆ, ਪਹਿਲਾਂ ਬੰਦਾ ਆਪਦੇ ਲਈ ਜਿਉਂਦਾ ਜਦੋਂ ਕੁਆਰਾ ਹੁੰਦਾ, ਜਦੋਂ ਉਹਦਾ ਵਿਆਹ ਹੋ ਜਾਂਦਾ ਫਿਰ ਉਹ ਮਤਲਬ ਕਿ ਹੌਲੀ ਹੌਲੀ ਆਪਦਾ ਛੱਡਦਾ ਜਾਂਦਾ ਤੇ ਆਪਦੇ ਬੱਚਿਆਂ ਦੀ ਜਿਉਂਦਾ। ਤੇ ਇਹ ਮਤਲਬ ਕਿ ਮੈਡਮ ਦਾ ਇੱਕ ਬੇਟਾ, ਇਹ ਮਤਲਬ ਕਿ ਇਹਨੂੰ ਮਤਲਬ ਕਿ ਮੈਡਮ ਨੂੰ ਐਂ ਹੁੰਦਾ ਹੀ ਆ ਵੀ ਆਪਾਂ ਆਪਦੇ ਬੱਚੇ ਨੂੰ ਸੈੱਟ ਕਰੀਏ। ਜਦੋਂ ਮੇਰੀ ਮੰਮਾ ਰਿਟਾਇਰ ਹੋਏ ਉਹ ਕਹਿੰਦੇ ਲਓ ਮੈਂ ਆਪਦਾ ਬੱਚਾ ਵੀ ਇਸ ਮਹਿਕਮੇ 'ਚ ਦੇ ਚੱਲਦੀ ਹਾਂ, ਵੀ ਇੱਕ ਮੈਂ ਹੀ, ਦੂਜੇ ਤਾਂ ਸਾਰੇ ਬਸ ਇੱਧਰ ਉੱਧਰ ਹੀ ਆ। ਤੇ ਮੈਂ ਐ ਨਹੀਂ ਕਹਿੰਦੀ ਰਿਟਾਇਰ ਹੋਣਾ, ਮੈਂ ਹੁਣ ਘਰੇ ਰਹਿ ਕੇ ਵੇਖ ਲਿਆ। ਮੈਂ ਜਦੋਂ ਕੋਈ ਰਿਟਾਇਰ ਹੋ ਜਾਂਦਾ ਸੀ ਮੈਂ ਨਹੀਂ ਸੀ ਐਂ ਕਿਉਂ ਹੋ ਗਿਆ ਇਹ ਹੌਲੀ ਹੌਲੀ ਜੇ ਤੁਰਨ ਲੱਗ ਗਿਆ ਤੇ ਇਹ ਐਂ ਕਿਉਂ ਹੋ ਗਿਆ, ਇਹ ਮੈਨੂੰ ਘਰੇ ਰਹਿ ਕੇ ਪਤਾ ਲੱਗਿਆ। ਘਰੇ ਰਹਿ ਕੇ ਤਾਂ ਬਹੁਤ ਹੀ ਡਿਪਰੈਸ਼ਨ, ਮੈਂ ਤਾਂ ਹੁਣ ਹੀ ਰਿਟਾਇਰ ਹੋਈ ਪਈ ਹਾਂ। ਤੇ ਦੂਜੀ ਗੱਲ ਇਹ ਆ ਕਿ ਉਦੋਂ ਬੰਦੇ 'ਚ ਤਾਕਤ ਘਟ ਜਾਂਦੀ ਹੈ। ਇੱਕ ਤਾਕਤ ਘਟ ਜਾਂਦੀ ਆ 58 ਸਾਲ ਤੱਕ, ਕੀ ਮਤਲਬ ਕਿ ਹੋ ਹੀ ਜਾਂਦਾ, ਫਰਕ ਪੈਂਦਾ। ਇੱਕ ਗੱਲ ਆ ਮਾਈਂਡ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੈ। ਮੈਂ ਕਈ ਵੇਖਿਆ, ਕਈ ਰਿਟਾਇਰ ਹੋ ਕੇ ਵੀ ਬਹੁਤ ਵਧੀਆ ਜਿਉਂ ਰਹੇ ਆ, ਕਈ ਵਿਚਾਰੇ ਮੇਰੇ ਵਰਗੇ ਨੌਕਰੀ ਕਰਦੇ ਵੀ ਮਰੂ 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 ਇੱਥੇ ਪਤਾ ਨਹੀਂ ਕਿਵੇਂ ਜ਼ਿੰਦਗੀ ਬਸ ਭੱਜ ਜੀ ਹੈ ਜੀ, ਰਹਿ ਪਈ ਜੀ। ਮੈਂ ਤਾਂ ਮੈਨੂੰ ਐਂ ਲੱਗਦਾ ਹੁੰਦਾ ਆਪਦੇ ਲਈ ਤਾਂ ਆਪਾਂ ਜਿਉਂਦੇ ਹੀ ਨਹੀਂ। ਇੱਕ ਮੈਂ ਗੱਲ ਇੱਥੇ ਹੋਰ ਕਰਨੀ ਸੀ, ਇਹ ਮੈਂ ਪਹਿਲਾਂ ਕਰ ਲਈ, ਜਿਹੜੀ ਮੈਂ ਪਹਿਲਾਂ ਸੋਚਦੀ ਸੀ ਮੈਂ ਕਰਨੀ ਉਹ ਮੈਂ ਹੁਣ ਦੱਸਣ ਲੱਗੀ ਹਾਂ। ਸਭ ਤੋਂ ਹੁਣ ਦੇਸ਼ ਦੇ ਉੱਤੇ ਭੀੜ ਪਈ ਪੰਜਾਬੀ ਅਧਿਆਪਕ ਆਏ। ਮੈਂ ਹਰ ਵਕਤ ਮਾਣ ਕਰਦੀ ਸੀ ਕਿ ਮੈਂ ਇੱਕ ਮੈਥ ਦੀ ਅਧਿਆਪਕ ਹਾਂ। ਐਂ ਜਾਉ ਸਭ ਤੋਂ ਜ਼ਰੂਰੀ ਆ ਪੰਜਾਬੀ। ਜੇ ਜਿਹੜੀਆਂ ਆਪਾਂ ਆਪਦੀਆਂ ਭਾਵਨਾਵਾਂ ਪੰਜਾਬ 'ਚ ਰਹਿੰਦੇ ਹਾਂ ਪੰਜਾਬੀ 'ਚ ਬਿਆਨ ਕਰ ਸਕਦੇ ਹਾਂ। ਬਾਕੀ ਦੇਸ਼ਾਂ ਨੇ ਪੰਜਾਬੀ ਆਪਦੀ ਭਾਸ਼ਾ ਨਹੀਂ ਛੱਡੀ, ਆਪਾਂ ਸਿਰਫ ਦੂਜੀ ਛੱਡ ਕੇ ਜਿਉਂ ਅੰਗਰੇਜ਼ੀ ਮਗਰ ਲੱਗਦੇ ਹਾਂ, ਕਦੇ ਹਿੰਦੀ ਮਗਰ ਲੱਗਦੇ ਹਾਂ। ਮੈਂ ਨਹੀਂ ਕਹਿੰਦੀ ਚਲੋ ਉਹਨਾਂ ਭਾਸ਼ਾ ਦਾ ਸਤਿਕਾਰ ਨਾ ਕਰੋ, ਉਹ ਮਸਟ ਜ਼ਰੂਰੀ ਆ, ਜਿਵੇਂ ਡਾਕਟਰੀ ਵਿੱਚ ਚਲੋ ਇੰਗਲਿਸ਼ ਜ਼ਰੂਰੀ ਆ, ਪਰ ਪੰਜਾਬੀ ਜਿਹੜੀ ਅਸਲੀ ਭਾਸ਼ਾ
ਹੈਗੀ ਆ ਉਹ ਪੰਜਾਬ ਦੀ ਪੰਜਾਬੀ ਹੀ ਹੈ। ਇਹਨਾਂ ਦੀ ਮੈਂ ਇਹ ਡਿਊਟੀ ਲਾਉਣੀ ਆ ਵੀ ਤੁਸੀਂ ਪੂਰਾ ਜ਼ੋਰ ਲਾਉਣਾ ਪੰਜਾਬੀ ਲਈ, ਅਖਬਾਰਾਂ ਨੂੰ ਲਿਖ ਲਿਖ ਕੇ ਤੰਗ ਕਰ ਦਿਓ। ਜੇ ਤੁਹਾਡੇ ਕੋਲ ਇੰਨੀ ਤਾਕਤ ਆ ਅਖਬਾਰਾਂ 'ਚ ਕੁਛ ਨਾ ਕੁਛ ਵੀ ਪੰਜਾਬੀ ਇੱਥੋਂ ਇਹਨਾਂ ਨੇ ਗਵਰਨਮੈਂਟ ਨੇ ਕਦੇ ਕਿਤੋਂ ਪੰਜਾਬੀ ਕਦੇ ਅੰਗਰੇਜ਼ੀ ਨੂੰ ਮੂਹਰੇ ਕਰਦੇ, ਕਦੇ ਜੇ ਪੰਜਾਬੀ ਮਰ ਗਈ ਪੰਜਾਬ ਮਰੂਗਾ। ਮਾਂ ਭਾਸ਼ਾ ਆਪਣੀ ਬਹੁਤ ਹੀ ਮਾਣ ਵਾਲੀ ਗੱਲ ਆ। ਮੈਂ ਇਹਨਾਂ ਦਾ ਅੱਜ ਸਿਰ ਨਵਾ ਕੇ ਮਾਣ ਵੀ ਮੈਂ ਜਦੋਂ ਪ੍ਰਮੋਸ਼ਨ ਲੈਣੀ ਸੀ ਮੈਂ ਪੰਜਾਬੀ ਛੱਡਦੀ, ਮੈਂ ਹਿਸਾਬ ਲੈ ਲਿਆ। ਮੈਨੂੰ ਐਂ ਸੀ ਮੈਨੂੰ ਲੇਟ ਮਿਲੂਗੀ ਪ੍ਰਮੋਸ਼ਨ, ਲਾਲਚ ਮਗਰ ਜਾਂਦੇ ਆਪਾਂ। ਤੇ ਮਾਰਾ ਅੱਜ ਮੈਨੂੰ ਫੀਲ ਹੁੰਦਾ, ਕਦੇ ਕਦੇ ਮੈਂ ਸੋਚਦੀ ਹਾਂ, ਮੈਂ ਕਰਦੀ ਹਾਂ ਬੰਧਨਾਂ 'ਚ ਬੱਧੀ ਹੋਈ ਹਾਂ, ਮੇਰਾ ਜੀਅ ਕਰਦਾ ਮੈਂ ਕਦੀ ਲਿਖ ਲਿਖ ਕੇ ਵੀ ਕੁਛ ਨਾ ਕੁਛ ਪਾਵਾਂ। ਕਦੀ ਸੋਚਦੀ ਕਿਸੇ ਫਿਲਮ ਵਾਲੇ ਨੂੰ ਫੋਨ ਕਰਾਂ ਵੀ ਮੈਂ ਤੈਨੂੰ ਸਟੋਰੀ ਦਿੰਨੀ ਆ। ਕਦੇ ਮੈਂ ਸੋਚਦੀ ਹਾਂ ਕੁਛ ਮੈਂ ਪੰਜਾਬੀ 'ਚ ਹੀ ਦੱਸ ਸਕਦੀ ਹਾਂ ਨਾ, ਅੰਗਰੇਜ਼ੀ ਵਿੱਚ ਤਾਂ ਮੈਨੂੰ ਕੁਛ ਦੱਸਣਾ ਹੀ ਨਹੀਂ ਆਉਂਦਾ, ਨਾ ਮੈਨੂੰ ਬਾਹਲੀ ਬੋਲਣੀ ਆਉਂਦੀ ਹੈ। ਇੱਥੇ ਜਦੋਂ ਅੰਗਰੇਜ਼ੀ ਮੀਡੀਅਮ ਚੱਲਦਾ ਸਾਰੇ ਡਰਦੇ ਕਹਿ ਦਿੰਦੇ ਆ। ਮੈਨੂੰ ਤਾਂ ਹੁਣ ਪਤਾ ਨਹੀਂ ਵੀ ਹੈੱਡ ਦੇ ਉੱਤੇ ਕੋਈ ਬੋਝ ਹੁੰਦਾ, ਮੈਨੂੰ ਨਹੀਂ ਪਤਾ ਜੋ ਹੈੱਡ ਆ ਉਹਨੂੰ ਪਤਾ ਹੁੰਦਾ ਵੀ ਕਿੰਨੀ ਔਖ ਆ, ਉਹ ਜਾਣਦਾ ਹੁੰਦਾ। ਪਰ ਥੋੜੀ ਜਿਹੀ ਗੱਲ ਜ਼ਰੂਰ ਕਰੋ ਵੀ ਜਦੋਂ ਉੱਤੋਂ ਹਰੇਕ ਆਉਂਦਾ ਵੀ ਮੈਂ ਰੱਖਦੇ ਜਾਵਾਂ ਮਾਰਿਆ ਜਾਵਾਂ, ਇਹ ਭਾਵੇਂ ਬੱਚੇ ਪੰਜਾਬੀ ਵਿੱਚ ਮੈਂ ਬਹੁਤ ਕੁਝ ਸਿੱਖ ਸਕਦੇ ਹਾਂ। ਜਦੋਂ ਕੰਪੀਟੀਸ਼ਨ ਹੁੰਦਾ ਕਦੇ ਕਿਸੇ ਨੇ ਕਿਹਾ ਥੋੜ੍ਹਾ ਵੀ ਤੂੰ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਪੜ੍ਹਿਆ ਹੋਇਆ, ਤੈਨੂੰ ਅਸੀਂ ਇਸ ਕੰਪੀਟੀਸ਼ਨ 'ਚ ਬਹਿਣ ਨਹੀਂ ਦੇਣਾ, ਤੇ ਜਾਂ ਤੂੰ ਇੰਗਲਿਸ਼ ਮੀਡੀਅਮ ਦਾ ਪੜ੍ਹਿਆ ਹੋਇਆ ਤੈਨੂੰ ਬਹਿਣ ਦੇਣਾ, ਦੂਜੇ ਨੂੰ ਨਹੀਂ ਬਣਨਾ। ਪੰਜਾਬੀ ਅਧਿਆਪਕ ਦਾ ਹੋਣਾ ਮੇਰੇ ਲਈ, ਮੈਂ ਹਰ ਪੰਜਾਬੀ ਅਧਿਆਪਕ ਦਾ ਜ਼ਿੰਦਗੀ 'ਚ ਹੁਣ ਮਾਣ ਸਤਿਕਾਰ ਕਰਦੀ। ਮੈਨੂੰ ਹੁਣ ਸਮਝ ਮੈਨੂੰ ਹੁਣ ਆਈ ਹੈ ਜਦੋਂ ਹੁਣ ਮੈਂ ਕਈ ਵਾਰੀ ਘਰੇ ਬਹਿ ਕੇ, ਅੱਗੇ ਤਾਂ ਇੱਥੇ ਹਲੋ ਹਲੋ ਕਰਦੇ ਆਉਂਦੇ ਸੀ ਸਕੂਲ 'ਚ ਤੇ ਜਾਪਦੀ ਦਾ ਸੀ, ਹੁਣ ਘਰੇ ਬਹਿ ਕੇ ਜਦੋਂ ਆ ਫੇਸਬੁੱਕ ਦੀ ਵੇਖੀ ਦੀ ਮੇਰੇ ਕੋਲੇ ਨਹੀਂ ਚੱਲਦੀ ਹੈ। ਮੇਰੇ ਹਸਬੈਂਡ ਜਦੋਂ ਦੇਖਦੇ ਆ ਮੈਨੂੰ ਵੇਖ ਗੁੱਸਾ ਚੜੀ ਜਾਂਦਾ ਹੁੰਦਾ ਵੀ ਇਹ ਕਿਉਂ ਇੰਨੀ ਜ਼ਿਆਦਾ ਪੰਜਾਬੀ ਦੇ ਮਗਰ ਪਏ ਆ, ਪੰਜਾਬੀਆਂ ਮਗਰ ਪਏ ਆ। ਤੇ ਮੈਂ ਤਾਂ ਇੱਕੋ ਹੀ ਗੱਲ ਕਹਿੰਦੀ ਆ, ਮੈਂ ਤਾਂ ਪੰਜਾਬੀ ਅਧਿਆਪਕ ਦਾ ਇਹ ਦੋਨੇ ਪੰਜਾਬੀ ਸਕੂਲ 'ਚੋਂ ਪੰਜਾਬੀ ਪੋਸਟਾਂ ਖਾਲੀ ਹੋ ਗਈ ਹੈ ਨਾ। ਤੇ ਮੈਂ ਤਾਂ ਉਹਨਾਂ ਨਹੀਂ ਵੀ ਛੇਤੀ ਛੇਤੀ ਲਿਖ ਕੇ ਦਿੱਤਾ ਜਾਵੇ ਸਾਡੇ ਪੰਜਾਬੀ 'ਚ ਅਧਿਆਪਕ ਸਾਨੂੰ ਜਲਦੀ ਤੋਂ ਜਲਦੀ ਦਿੱਤੇ ਜਾਣ, ਨਹੀਂ ਤਾਂ ਇਹਨਾਂ ਨੂੰ ਰਿਟਾਇਰ ਕਿਉਂ ਕੀਤਾ ਜਦੋਂ ਅਧਿਆਪਕ ਹੀ ਨਹੀਂ ਦੇਣੇ। ਤੇ ਮੈਂ ਤਾਂ ਇਹ ਗੱਲ ਕਹਿੰਦੀ ਆ ਵੀ ਜਦੋਂ ਬੰਦਾ ਰਿਟਾਇਰ ਹੋ ਜਾਂਦਾ ਸਾਡੀ ਉਹ ਹੋਰ ਵੀ ਆਪਦੇ ਆਪ ਨੂੰ ਤਕੜਾ ਮਹਿਸੂਸ ਕਰੇ। ਜੋ ਸਮਾਜ ਵਿੱਚ ਕੋਈ ਪ੍ਰੋਬਲਮਾਂ ਨੇ ਪਹਿਲਾਂ ਆਪਾਂ ਦੇ ਜਵਾਕਾਂ ਮਗਰ ਲੱਗੇ ਰਹਿੰਦੇ ਆ, ਟੈਨਸ਼ਨਾਂ ਹੁੰਦੀਆਂ ਨੇ, ਬਾਕੀ ਉਮਰ ਵੀ ਹੋ ਜਾਂਦੀ ਸਿਆਣਪ ਵਾਲੀ, ਆਪਾਂ ਕਿਸੇ ਨੂੰ ਕੁਝ ਲਿਖ ਕੇ ਵੀ ਦੇ ਸਕਦੇ ਹਾਂ ਵੀ ਆਹ ਪ੍ਰੋਬਲਮਾਂ ਨੇ, ਐਵੇਂ ਨੇ ਕਿਹੜਾ ਕੋਈ ਕੁਝ ਪੜ੍ਹ ਲਓ। ਇੱਥੇ ਤਾਂ ਆਪਾਂ ਬੰਨੇ ਹੁੰਦੇ ਆ ਕਈ ਵਾਰੀ ਸਰਕਾਰ ਦੇ ਵਿਰੁੱਧ ਵੀ ਜੇ ਗੱਲ ਜੀ ਕਰਦੇ ਆ ਤਾਂ ਐਵੇਂ ਡਰ ਪੈਂਦਾ ਵੀ ਨੌਕਰੀ ਤੋਂ ਹੀ ਨਾ ਕੱਢ ਦੇਣ। ਜਦੋਂ ਬੰਦੇ ਨੂੰ ਲੱਗ ਜੇ ਪਤਾ ਵੀ ਬਸ ਹੁਣ ਮੈਂ ਜਿਹੜਾ ਹੈਗਾ ਲਿਖ ਤਾਂ ਦੇ ਹੀ ਸਕਦੇ ਹਾਂ। ਰਿਟਾਇਰ ਹੋ ਕੇ ਰਿਟਾਇਰ ਨਹੀਂ ਹੋਏ, ਜ਼ਿੰਮੇਵਾਰੀਆਂ ਹੋਰ ਵੱਧ ਗਈਆਂ। ਤੇ ਆਪਦਾ ਮਤਲਬ ਕਿ ਇਹ ਕਦੇ ਨਾ ਸੋਚੇ। ਮੈਂ ਵੇਖਿਆ ਘਰੇ ਰਹਿ ਕੇ ਬੰਦਾ ਨਮਾਣਾ ਜਿਹਾ ਹੋ ਜਾਂਦਾ, ਕਿਸੇ ਦੀ ਸੋਚੇ ਜਵਾਨੀ ਤਾਂ ਹੁਣ ਚੜੀ। ਪਹਿਲਾਂ ਤਾਂ ਬਹੁਤ ਜ਼ਿਆਦਾ ਪ੍ਰੋਬਲਮਾਂ ਹੁੰਦੀਆਂ ਨੇ ਬੰਦੇ ਨੂੰ, ਕਈ ਵਾਰੀ ਉਹ ਉਸ ਉਮਰ 'ਚ ਘਰ ਵਾਲੇ ਜਾਂ ਮਤਲਬ ਕਿ ਹੋਰ ਵੀ ਕਹਿੰਦੇ ਤੈਨੂੰ ਕੀ ਅਕਲ ਆ, ਤੇ ਮੁੜ ਕੇ ਤਾਂ ਫਿਰ ਥੋੜ੍ਹਾ ਜਿਹਾ ਬੰਦਾ ਵਾਹ ਜਾਂਦਾ ਅਕਲ ਉਹ ਕਹਿੰਦੀ ਵੀ ਥੋੜ੍ਹਾ ਜਿਹਾ ਆਪਦੇ ਆਪ ਨੂੰ ਬੰਦਾ ਟਾਈਮ ਵੀ ਬੰਦੇ ਦਾ ਉਸ ਤਰ੍ਹਾਂ ਹੋ ਜਾਂਦਾ ਵੀ ਸਿਆਣਪ 'ਚ ਵੀ ਆ ਜਾਂਦਾ ਵੀ ਮੈਂ ਕੁਝ ਦੱਸ ਸਕਦਾ, ਮੈਂ ਕੁਝ ਕਹਿ ਸਕਦਾ। ਤੇ ਆਪਦੀਆਂ ਆਪਾਂ ਇਹਨਾਂ ਨੇ ਤਾਂ ਜਿਹੜੇ ਦੇਸ਼ ਦੇ ਲੀਡਰ ਨੇ ਤੁਸੀਂ ਵੇਖ ਹੀ ਲਿਆ, ਮੈਨੂੰ ਨਹੀਂ ਲੱਗਦਾ ਇਹਨਾਂ ਵਿੱਚੋਂ ਕੋਈ ਵੀ ਕਾਬਲ ਬੰਦਾ ਹੈਗਾ ਇੱਥੇ। ਤੇ ਹਰ ਇੱਕ ਨੂੰ ਆਪਦਾ ਭਰਨ ਦੀ ਬਣੀ ਆ। ਆਪਾਂ ਹੀ ਇੱਕ ਅਧਿਆਪਕ ਹੀ ਹਾਂ, ਖਾਸ ਕਰਕੇ ਪੰਜਾਬੀ ਅਧਿਆਪਕ ਆਪਦੇ ਢਿੱਡ ਦੀ ਆਵਾਜ਼ ਤਾਂ ਆਪਾਂ ਪੰਜਾਬੀ 'ਚ ਹੀ ਕੱਢ ਸਕਦੇ ਹਾਂ, ਦੂਜੇ ਸਬਜੈਕਟਾਂ ਵਿੱਚ ਨਹੀਂ ਦੇ ਸਕਦੇ। ਬਸ ਤੁਹਾਨੂੰ ਮੇਰੇ ਵੱਲੋਂ ਬਹੁਤ ਬਹੁਤ ਮਾਣ, ਤੇ ਤੁਸੀਂ ਪੰਜਾਬੀ ਅਧਿਆਪਕ। ਇਹਨਾਂ ਸ਼ਬਦਾਂ ਦੇ ਵਿੱਚ ਰਣਦੀਪ ਨੇ ਬੜਾ ਹੀ ਕੁਝ ਸੋਹਣੇ ਤਰੀਕੇ ਦੇ ਨਾਲ ਦੱਸਿਆ ਵੀ ਸਕੂਲ ਦੇ ਚਾਰ ਦੀਵਾਰੀ ਦੀਆਂ ਗੱਲਾਂ ਤਾਂ ਆਪਾਂ ਕਰ ਹੀ ਰਹੇ ਸੀ, ਜ਼ਿੰਮੇਵਾਰੀਆਂ ਕਿਵੇਂ ਨਿਭਾਈਆਂ, ਤੇ ਹੁਣ ਸਕੂਲ ਦੀ ਚਾਰ ਦੀਵਾਰੀ ਤੋਂ ਬਾਹਰ ਵੀ ਕੀ ਡਿਊਟੀਆਂ ਹੈਗੀਆਂ। ਅੱਛਾ, ਆਪਣੀ ਮਾਤ ਭਾਸ਼ਾ ਲਈ ਜੋ ਹਲੇ ਤੱਕ ਤੁਸੀਂ ਕੀਤਾ ਹੈ ਉਹ ਰਣਦੀਪ ਦੇ ਮੁਤਾਬਿਕ ਹੁਣ ਬਹੁਤ ਥੋੜਾ ਹੈ, ਹਲੇ ਹੋਰ ਬਹੁਤ ਕੁਝ ਕਰਨਾ ਹੈ ਨਾ, ਹੋਰ ਸੇਵਾ ਸਮਾਜ ਲਈ, ਆਪਣੇ ਹੈ ਨਾ ਰਾਜ ਦੇਸ਼ ਲਈ। ਤੇ ਇਸ ਦੇ ਨਾਲ ਹੁਣ ਆਪਾਂ ਇੱਕ ਤਾਂ ਆਪਣਾ ਥੋੜਾ ਜਿਹਾ ਚਾਹ ਦਾ ਵੀ ਹੈਗਾ ਪਲਾਨਿੰਗ ਵੀ ਚਾਹ ਪੀ ਲਈਏ, ਤੇ ਇੱਕ ਆਪਾਂ ਪਹਿਲਾਂ ਹੰਸਪਾਲ ਮੈਡਮ ਨੂੰ ਕਹੀਏ ਵੀ ਉਹ ਸਾਰਿਆਂ ਦਾ ਆਇਆ ਹੋਏ ਮਹਿਮਾਨਾਂ ਦਾ ਥੈਂਕਸ ਕਰਨ, ਜਾਂ ਥੈਂਕਸ ਕਰੋਗੇ? ਬੋਲੋ। ਰਮਿੰਦਰ ਮੈਡਮ ਦੇ ਬਾਰੇ 'ਚ ਜੋ ਉਹਨਾਂ ਦੀਆਂ ਫੀਲਿੰਗਸ ਹੈਗੀਆਂ ਉਹ ਸ਼ੇਅਰ ਕਰਨਗੇ ਸਾਡੇ ਨਾਲ। ਅੱਜ ਦੇ ਮੁੱਖ ਮਹਿਮਾਨ
मेरी बड़ी भैन मैडम मोहम्मद कौर जी, सरदार बलविंदर सिंह जी, मैडम श्रीमती आशा रानी जी, मैडम के परिवारक मैंबर ਅਤੇ मेरे स्कूल स्टाफ बड़े सोहने शब्दों ਦੇ ਵਿੱਚ ਸਾਰਿਆਂ ਨੇ मैडम ਦੀ तारीफ की। पर मैनू सब तो वधिया लग्या मैडम रणदीप का खुला डुला जो भी उन्होंने मतलब अपनी भाषा के किया बयान अच्छा सी। ते मैडम रेनू ने दसिया भी एक अध्यापक है जिहड़ा भी उसकी तारीफ के लिए उसकी शख्सियत के लिए कोई शब्द नहीं, भी शब्द भी मुक सकते हैं, शाही मुक सकते हैं। वाकई बिल्कुल ठीक गल है। तो मैं मैडम के बारे एक गल ही कहांगी कि मैं 4 साल हो गए मैंने इस स्कूल च आई। 4 साल के मेरा मैडम के नाल वाह होया और मैं अपने आप को खुशकिस्मत समझती है कि मैनू इन्हां दा साथ मिले। ताड़ी खुशकिस्मती होंदी है चंगे लोगों का जिंदगी च मिलना। और मैं बचपन तो ही जे मैं रब का कदे शुकराना किया है तो इस गल लई कीता है भी तू मैनू अच्छे लोग मिलाए है जिंदगी नहीं। बाकी रहने का स्टाफ भी बहुत ही अच्छा है क्योंकि 6 महीने जो मैंने इतने इंचार्जी करने का मौका मिला तो कोई भी स्टाफ मैंबर ऐसा नहीं, सारे आपो अपना काम करी जाते सी, मैनू कुछ कहना ही नहीं पैंदा सी। हर एक बंदे की आपो अपनी इंडिविजुअल ड्यूटी है। मैं वो पहले स्कूल च देखी, पिछे नहीं सी, उत्थे सीनियर सैकेंडरी स्कूल सीगा। इस तरह का मतलब स्टाफ सारा स्टाफ ही, चाहे वो कंप्यूटर टीचर है, चाहे वो SS वाले है, मैथ वाले है, आपके सब्जैक्ट का ਜਾਂ किसी को दाखला खारिज मिले जेडे भी रिकॉर्ड जिन्हों जिन्हों मिले उन्हें आपे ही अपना मेनटेन किया। तो मैडम का मेरे बड़े सिस्टर है, बड़ी भैन है, मैं उन्होंने छोटी जी भैन है। मैं उन्होंने लिए कामना करूँगी कि उन्होंने जिंदगी के बहुत सारिया खुशियाँ आउण ते जिवें रणदीप मैडम ने कहा उन्होंने बहुत अथाह शक्ति है, उस वाहिगुरू की कृपा उन्होंने उत्ते कि वो अपन होर ड्यूटीज जिहड़ियां असीं तुहानूं लावांगे वो भी तुसीं पूरीआं करनियां ते इसे तरह मिलते वरतते रहना इस स्कूल के लिए खास करके क्योंकि मेरा पिंड है, मेरा टहना स्कूल वो मेरा पिंड भी है। तो उसके लिए तो फिर अपन होंदा है जो अपने पिंड में भी सम्मान होंदा, अच्छे टीचर आउंदे है, अच्छी गल है। इस तरह सरदार बलविंदर सिंह एज ए छोटे ब्रदर जो भी इन्होंने क्या देखो जी, एक गल होर दसूँगी, मेरी बेटी की शादी सी, सारे स्टाफ ने एको ही शब्द कहते सी भी सानू काम दसो। इतना वधिया स्टाफ का मतलब एको ही गल कहते सी, जो कहते मैडम तुसीं सानू कोई काम ही नहीं दसते, काम दसो काम की है। मतलब एक परिवार के तौर पर रहना सी। अगे तो भी असीं तुहानू कोई लांभा नहीं होण देवांगे, असीं एज ए फैमिली इस स्कूल के विच रवांगे। तो तुसीं बिल्कुल पंजाब चौकड़ी तरक्की करो, साडे लिए भी दुआवां करो। थैंक यू। ਹੁਣ ਅਸੀਂ ਆਪਾਂ ਸਾਰੇ ਹੀ ਮਹਿਮਾਨਾਂ ਨੂੰ ਬੇਨਤੀ ਕਰਦੇ ਹਾਂ ਕਿ ਆਪਾਂ ਸਾਰੇ ਜਣੇ ਚਾਹ ਪੀ ਲਈਏ, ਫਿਰ ਆਪਾਂ ਸਨਮਾਨ ਪੱਤਰ ਜਿਹੜਾ ਤਿਆਰ ਕਰਵਾਇਆ ਹੋਇਆ ਸਾਡੇ ਹਿੰਦੀ ਮਿਸਟਰ ਸੀਮਾ ਮੈਡਮ ਉਹ ਸਨਮਾਨ ਪੱਤਰ ਪੜ੍ਹਨਗੇ। ਪਹਿਲਾਂ ਆਪਾਂ ਚਾਹ ਪੀ ਲਈਏ ਸਾਰੇ ਆ ਜਾਓ।
ਇੱਕ ਸਟੂਡੈਂਟ ਆਪਣੇ ਫਾਦਰ ਦੀ ਰੋਲੈਕਸ ਵਾਚ ਪਾ ਕੇ ਆ ਜਾਂਦਾ। ਪ੍ਰੋਫੈਸਰ ਉਹਨੂੰ ਕਹਿੰਦੇ ਵੀ ਬੇਟਾ ਵੀ ਇੱਦਾਂ ਦੀਆਂ ਕਾਸਟਲੀ ਚੀਜ਼ਾਂ ਕਲਾਸਰੂਮ ਦੇ ਵਿੱਚ ਨਹੀਂ ਵੀਅਰ ਕਰਕੇ ਆਈ ਦੀਆਂ। ਉਹ ਕਹਿੰਦਾ ਜੀ ਐਗਰੀ ਕਰ ਗਿਆ ਵੀ ਇਟਸ ਓਕੇ ਸਰ, ਵੀ ਇਸ ਤੋਂ ਬਾਅਦ ਨਹੀਂ ਮੈਂ ਰਿਪੀਟ ਕਰੂੰਗਾ। ਤੇ ਅੱਧੇ ਕੁ ਘੰਟੇ ਬਾਅਦ ਉਹ ਬੱਚਾ ਖੜਾ ਹੁੰਦਾ ਹੈ, ਕਹਿੰਦਾ ਪ੍ਰੋਫੈਸਰ ਮਾਈ ਵਾਚ ਹੈਜ਼ ਬੀਨ ਸਟੋਲਨ, ਵੀ ਕਿਸੇ ਨੇ ਕੱਢ ਲਈ, ਚੁਰਾ ਲਈ ਘੜੀ। ਪ੍ਰੋਫੈਸਰ ਕਹਿੰਦੇ ਵੀ ਮੈਂ ਵੀ ਦੇਖੀ ਸੀ, ਵੀ ਹੁਣੇ ਤਾਂ ਸੀਗੀ ਕਲਾਸ 'ਚ ਵੀ ਆਏ ਅੱਧੇ ਘੰਟੇ 'ਚ। ਉਹਨਾਂ ਨੇ ਕੀ ਕੀਤਾ, ਸਾਰੇ ਜਿੰਨੇ ਵੀ ਸਟੂਡੈਂਟ ਸੀ ਸਾਰਿਆਂ ਦੇ ਅੱਖਾਂ ਤੇ ਪੱਟੀ ਬੰਨ੍ਹਤੀ, ਬਲਾਈਂਡ ਫੋਲਡ ਕਰਤਾ, 1 ਬਾਈ 1 ਸਾਰਿਆਂ ਦੇ ਤਲਾਸ਼ੀ ਲੈਣੀ ਸ਼ੁਰੂ ਕਰਤੀ। ਪ੍ਰੋਫੈਸਰ ਨੇ ਤਲਾਸ਼ੀ ਲੈਂਦੇ ਹੋਏ ਇੱਕ ਬੱਚੇ ਦੀ ਪਾਕਟ ਦੇ ਵਿੱਚੋਂ ਉਹ ਵਾਚ ਨਿਕਲ ਆਉਂਦੀ ਹੈ। ਪ੍ਰੋਫੈਸਰ ਉਹ ਵਾਚ ਲੈ ਕੇ ਜਿਹੜੇ ਬੱਚੇ ਦੀ ਹੁੰਦੀ ਹੈ ਉਹਨੂੰ ਦੇ ਦਿੰਦੇ ਆ। ਤੇ ਉਸ ਤੋਂ ਬਾਅਦ ਸਮਾਂ ਬੀਤਦਾ ਗਿਆ, ਜਿਹੜੇ ਬੱਚੇ ਨੇ ਉਹ ਵਾਚ ਚੁਰਾਈ ਹੁੰਦੀ ਆ ਉਹ ਤਕੜਾ ਇੰਡਸਟਰੀਅਲਿਸਟ ਬਣ ਜਾਂਦਾ। ਫਿਰ ਕੀ ਹੁੰਦਾ ਹੈ, ਆਫਟਰ ਮੈਨੀ ਇਅਰਸ ਇੱਕ ਸਟੂਡੈਂਟ ਰੀਯੂਨੀਅਨ ਹੁੰਦਾ ਹੈਗਾ। ਉੱਥੇ ਪੁਰਾਣੇ ਸਾਰੇ ਸਟੂਡੈਂਟਸ ਆਉਂਦੇ ਹੈਗੇ। ਉਸ ਬੱਚੇ ਨੂੰ ਜਿਹਨੇ ਉਹ ਘੜੀ ਚੁਰਾਈ ਹੁੰਦੀ ਆ ਤੇ ਹੁਣ ਉਹ ਤਕੜਾ ਇੰਡਸਟਰੀਅਲਿਸਟ ਬਣ ਗਿਆ ਹੁੰਦਾ, ਮਨ 'ਚ ਹਮੇਸ਼ਾ ਆਉਂਦਾ ਵੀ ਮੇਰਾ ਪ੍ਰੋਫੈਸਰ ਕਿੰਨਾ ਗ੍ਰੇਟ ਸੀ, ਜਿਹਨੇ ਕਦੇ ਵੀ ਮੈਨੂੰ ਸ਼ਰਮਸਾਰ ਨਹੀਂ ਕੀਤਾ, ਕਦੇ ਅਹਿਸਾਸ ਨਹੀਂ ਕਰਵਾਇਆ ਕਿ ਘੜੀ ਮੈਂ ਚੁਰਾਈ ਸੀ। ਉਹ ਕਹਿੰਦਾ ਵੀ ਅੱਜ ਜੇ ਪ੍ਰੋਫੈਸਰ ਮੈਨੂੰ ਮਿਲੇ ਤਾਂ ਮੈਂ ਉਹਨਾਂ ਕੋਲ ਜ਼ਰੂਰ ਫੀਲ ਕਰੂੰਗਾ, ਵੀ ਪ੍ਰੋਫੈਸਰ ਮੈਂ ਸੌਰੀ ਵੀ ਫੀਲ ਕਰੂੰਗਾ ਤੇ ਉਹਨਾਂ ਦਾ ਥੈਂਕਸ ਵੀ ਕਰੂੰਗਾ। ਜਦੋਂ ਕਾਲਜ ਰੀਯੂਨੀਅਨ ਹੁੰਦਾ ਹੈ, ਪ੍ਰੋਫੈਸਰ ਉਹਨੂੰ ਮਿਲਦੇ ਆ, ਉਹਨੂੰ ਓਲਡ ਹੋ ਗਏ ਹੁੰਦੇ ਆ ਕਿਉਂਕਿ ਉਹ ਵੀ ਕਾਫੀ ਵੱਡਾ ਹੋ ਗਿਆ ਹੁੰਦਾ। ਉਹਨਾਂ ਦੇ ਪੈਰ ਛੂੰਹਦਾ ਤੇ ਕਹਿੰਦਾ ਵੀ ਪ੍ਰੋਫੈਸਰ ਵੀ ਮੈਂ ਤੁਹਾਡਾ ਥੈਂਕਸ ਵੀ ਕਰਨਾ ਹੈਗਾ ਕਿ ਤੁਸੀਂ ਕਦੇ ਵੀ ਮੈਨੂੰ ਅਹਿਸਾਸ ਨਹੀਂ ਸੀ ਕਰਾਇਆ ਵੀ ਮੈਂ ਇੱਕ ਚੋਰ ਸੀ ਜਾਂ ਮੈਂ ਉਸ ਦਿਨ ਘੜੀ ਚੁਰਾਈ ਸੀ। ਤੇ ਪ੍ਰੋਫੈਸਰ ਕਹਿੰਦੇ ਅੱਛਾ ਤੂੰ ਘੜੀ ਚੁਰਾਈ ਸੀ? ਕਹਿੰਦਾ ਵੀ ਪ੍ਰੋਫੈਸਰ ਤੁਸੀਂ ਕਿਹੋ ਜਿਹੀਆਂ ਗੱਲਾਂ ਕਰਦੇ ਹੋ, ਵੀ ਤੁਸੀਂ ਤਾਂ ਤਲਾਸ਼ੀ ਲਈ ਸੀ ਤੇ ਮੇਰੀ ਪਾਕਟ ਦੇ ਵਿੱਚੋਂ ਤੁਸੀਂ ਘੜੀ ਕੱਢੀ ਸੀ। ਉਹ ਕਹਿੰਦੇ ਨਹੀਂ ਮੈਨੂੰ ਤਾਂ ਨਹੀਂ ਪਤਾ ਵੀ ਤੇਰੀ ਕੋਲੋਂ ਘੜੀ ਮਿਲੀ ਸੀ। ਕਹਿੰਦੇ ਬੇਟਾ ਵੀ ਮੈਂ ਨਹੀਂ ਸੀ ਚਾਹੁੰਦਾ ਵੀ ਮੇਰਾ ਕੋਈ ਵੀ ਬੱਚਾ ਮੇਰੀਆਂ ਨਜ਼ਰਾਂ 'ਚੋਂ ਗਿਰ ਜੇ, ਮੇਰੇ ਨਾਲ ਨਜ਼ਰਾਂ ਮਿਲਾ ਕੇ ਕਲਾਸਰੂਮ ਦੇ ਵਿੱਚ ਬਹਿ ਨਾ ਸਕੇ। ਕਹਿੰਦੇ ਤੁਹਾਡੇ ਪੱਟੀਆਂ ਬੰਨ੍ਹਣ ਤੋਂ ਬਾਅਦ ਮੈਂ ਆਪਣੀਆਂ ਅੱਖਾਂ ਤੇ ਵੀ ਪੱਟੀ ਬੰਨ੍ਹ ਲਈ ਸੀ। ਫਿਰ ਕਹਿੰਦੇ ਮੈਂ ਮਤਲਬ ਤਲਾਸ਼ੀ ਲਈ ਸੀ, ਇਸ ਕਰਕੇ ਮੈਨੂੰ ਨਹੀਂ ਅੱਜ ਤੱਕ ਪਤਾ ਸੀ ਕਿ ਤੂੰ ਉਹ ਘੜੀ। ਉਹ ਉਸ ਤੋਂ ਬਾਅਦ ਇੰਨਾ ਕੁ ਉਹ ਹੁੰਦਾ ਹੈ, ਪ੍ਰੋਫੈਸਰ ਦਾ ਥੈਂਕਸ ਕਰਦਾ ਹੈ। ਕਹਿੰਦਾ ਪ੍ਰੋਫੈਸਰ ਜੇ ਅੱਜ ਮੇਰੀ ਕਿਤੇ ਮਾਂ ਵੀ ਸ਼ਾਇਦ ਮੇਰੇ ਲਈ ਇਸ ਤਰ੍ਹਾਂ ਦੀਆਂ ਫੀਲਿੰਗਸ ਨਾ ਰੱਖਦੀ ਸੀ। ਤੇ ਇਸ ਕਰਕੇ ਹੀ ਕਹਿੰਦੇ ਆ ਵੀ ਕਿਤੇ ਜਗ੍ਹਾ ਜਗ੍ਹਾ ਲਿਖਿਆ ਜਾਂਦਾ ਹੈ ਵੀ ਟੀਚਰਸ ਆਰ ਗ੍ਰੇਟ, ਟੀਚਰ ਇਜ਼ ਗ੍ਰੇਟ। ਤਾਂ ਜ਼ਰੂਰ ਟੀਚਰ ਦੇ ਵਿੱਚ ਉਹ ਕੁਆਲਿਟੀਜ਼ ਹੁੰਦੀਆਂ ਨੇਗੀਆਂ ਜੋ ਆਪਣੇ ਸਟੂਡੈਂਟਸ ਨੂੰ ਇਸ ਕਦਰ ਪ੍ਰੋਟੈਕਟ ਕਰ। ਇਸ ਤੋਂ ਬਾਅਦ ਹੁਣ ਸਾਡੇ ਸੀਮਾ ਮੈਡਮ ਦੇ ਆਨਰ ਵਿੱਚ ਇੱਕ ਸਨਮਾਨ ਚਿੰਨ੍ਹ ਜੋ ਅਸੀਂ ਤਿਆਰ ਕਰਵਾਇਆ ਉਹ ਵੀ ਬਹੁਤ ਸਤਿਕਾਰਯੋਗ ਮੁੱਖ ਅਧਿਆਪਕ ਸ਼੍ਰੀਮਤੀ ਆਸ਼ਾ ਰਾਣੀ ਜੀ, ਮੈਡਮ ਜਿੰਦਰ ਕੌਰ, ਸਰਦਾਰ ਅੱਜ ਮੈਡਮ ਦੀ ਰਿਟਾਇਰਮੈਂਟ ਵਿੱਚ ਆਪਣੇ ਸਬੰਧ ਵਿੱਚ ਆਪਾਂ ਸਾਰੇ ਇੱਥੇ ਇਕੱਠੇ ਹੋਏ ਹਾਂ ਤਾਂ ਉਹਨਾਂ ਦਾ ਮੈਂ ਸਨਮਾਨ ਪੱਤਰ ਪੜ੍ਹ ਰਹੀ ਹਾਂ। ਪਰ ਉਹਨਾਂ ਦੇ ਸਨਮਾਨ ਵਿੱਚ ਕੋਈ ਮੇਰੇ ਕੋਲ ਬਹੁਤ ਜ਼ਿਆਦਾ ਸ਼ਬਦ ਨਹੀਂ ਹੈ ਕਿਉਂਕਿ ਉਹਨਾਂ ਦੇ ਮਤਲਬ ਉਹਨਾਂ ਵਾਸਤੇ ਆਪਣੇ ਕੋਲ ਕੋਈ ਪਰਟੀਕੂਲਰ ਸ਼ਬਦ ਨਹੀਂ ਹੈ ਜੋ ਕਿ ਮੈਂ ਆਪਣੇ ਵੱਲੋਂ ਸੋਚਦੀ ਹੈ। ਕਿਉਂਕਿ ਮੈਂ ਤਾਂ ਵਨ ਵਰਡ ਵਿੱਚ ਮੈਡਮ ਨਾਲ ਗੱਲ ਕੀਤੀ ਕਿ ਮੈਡਮ ਤੁਸੀਂ ਮੇਰੇ ਝਾਈ ਹੋ। ਝਾਈ ਮਤਲਬ ਮੈਂ ਆਪਣੇ ਮਦਰ ਨੂੰ ਕਹਿੰਦੀ ਹਾਂ ਤੇ ਮੇਰੀ ਮੈਡਮ ਨਾਲ ਬਹੁਤ ਜ਼ਿਆਦਾ ਮੇਰੀ ਅਟੈਚਮੈਂਟ ਸ਼ੁਰੂ ਤੋਂ ਹੀ ਰਹੀ ਹੈ ਤੇ ਮੈਂ ਉਹਨਾਂ ਨੂੰ ਐਸੇ ਮਦਰ ਲੈਂਦੀ ਹੈ ਤਾਂ ਮੈਂ ਛੋਟੀ ਉਹਨਾਂ ਤੋਂ, ਪਰ ਮੇਰੀ ਫੀਲਿੰਗਸ ਜਿਹੜਾ ਮੈਡਮ ਦੀ ਤਰ੍ਹਾਂ ਇੱਕ ਮਦਰ ਦੀ ਤਰ੍ਹਾਂ ਹੈ। ਮੈਂ ਝਾਈ ਸ਼ੁਰੂ ਤੋਂ ਹੀ ਕਹਿੰਦੀ, ਮੈਂ ਕਿ ਮੇਰੇ ਕੋਲ ਕੋਈ ਸ਼ਬਦ ਨਹੀਂ ਲੇਕਿਨ ਮੈਂ ਝਾਈ ਕਹਿ ਤਾਂ ਕਾਫੀ ਹੈ। ਤੇ ਸਨਮਾਨ ਪੱਤਰ ਪੜ੍ਹ ਰਹੀ ਹਾਂ। ਸ਼੍ਰੀਮਤੀ ਨਵਿੰਦਰ ਕੌਰ ਜੀ ਦਾ ਜਨਮ ਮਾਤਾ ਜਸਵੰਤ ਕੌਰ ਰਿਟਾਇਰਡ ਹੈਡ ਟੀਚਰ ਦੀ ਕੁੱਖੋਂ 12/4/62। ਪਿਤਾ ਸਰਦਾਰ ਨਰਿੰਦਰ ਸਿੰਘ ਰਿਟਾਇਰਡ ਆਨਰੀ ਕੈਪਟਨ ਦੇ ਘਰ ਪੂਨਾ ਵਿਖੇ ਵਿਸਾਖੀ ਵਾਲੇ ਦਿਨ ਹੋਇਆ। ਇਹਨਾਂ ਦੀ ਵਿਦਿਅਕ ਯੋਗਤਾ MA MEd ਹੈ। ਮਿਤੀ 17/12/90 ਵਿੱਚ ਇਹਨਾਂ ਨੇ ਸਰਕਾਰੀ ਨੌਕਰੀ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਸ਼ੁਰੂ ਕੀਤੀ।
ਮਿਤੀ 27/9/93 ਵਿੱਚ ਇਹਨਾਂ ਦਾ ਵਿਵਾਹ ਜ਼ਿਲ੍ਹਾ ਫਰੀਦਕੋਟ ਦੀ ਮਹਾਨ ਸ਼ਖਸੀਅਤ ਭਾਈ ਲੱਦਾ ਸਿੰਘ ਜੀ ਦੇ ਪੜਪੋਤਰੇ ਸਰਦਾਰ ਗੁਰਦੀਪ ਸਿੰਘ ਇੰਦਰ ਸੇਠੀ ਸਸਾ ਮਾਸਟਰ ਜੀਵਨ ਵਾਲਾ ਫਰੀਦਕੋਟ ਪੁੱਤਰ ਸਰਦਾਰ ਦੇਵਿੰਦਰ ਸਿੰਘ ਸੇਠੀ ਰਿਟਾਇਰਡ ਇਰੀਗੇਸ਼ਨ ਵਿਭਾਗ ਵਿੱਚ ਜੋ ਨੌਕਰੀ ਕਰਦੇ ਸਨ ਨਾਲ ਹੋਇਆ। ਜ਼ਿਲ੍ਹਾ ਫਰੀਦਕੋਟ ਵਿਖੇ ਆ ਕੇ ਇਹਨਾਂ ਦੇ ਦੀਪ ਸਿੰਘ ਵਾਲਾ ਸਾਦਿਕ ਧੂਲਕੋਟ ਤੋਂ 23/8/2008 ਵਿੱਚ ਸਰਕਾਰੀ ਹਾਈ ਸਕੂਲ ਟਹਿਣਾ ਵਿਖੇ ਅੱਜ ਤੱਕ 29 ਸਾਲ 9 ਮਹੀਨੇ ਦੀ ਬੇਦਾਗ ਸੇਵਾ ਕਰਦੇ ਸੇਵਾ ਮੁਕਤ ਹੋਏ ਹਨ। ਇਹਨਾਂ ਦੇ ਸਹੁਰੇ ਪਰਿਵਾਰ ਦੇ ਮੈਂਬਰ ਸਾਰੇ ਉੱਚ ਪਦਵੀਆਂ ਤੋਂ ਸੇਵਾ ਮੁਕਤ ਹੋਏ ਹਨ ਅਤੇ ਕੁਝ ਸੇਵਾ ਨਿਭਾ ਰਹੇ ਹਨ। ਗੁਰਬਾਣੀ ਦੀ ਗੁੜਤੀ ਇਹਨਾਂ ਨੂੰ ਪੇਕੇ ਪਰਿਵਾਰ ਚੋਂ ਮਿਲੀ ਅਤੇ ਪਕਿਆਈ ਸਹੁਰੇ ਪਰਿਵਾਰ ਨੇ ਕੀਤੀ। ਇਹਨਾਂ ਦੀਆਂ ਦੋ ਵੱਡੀਆਂ ਭੈਣਾਂ ਹੈੱਡ ਮਿਸਟਰੈਸ ਜ਼ਿਲ੍ਹਾ ਮੋਗਾ, ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਲਾੜੀ ਕਲਾਂ ਫਤਿਹਗੜ੍ਹ ਸਾਹਿਬ ਤੋਂ ਸੇਵਾ ਮੁਕਤ ਹੋਈਆਂ ਹਨ। ਇਹਨਾਂ ਦਾ ਭਰਾ SDO ਪਬਲਿਕ ਹੈਲਥ ਅਤੇ ਭਰਜਾਈ ਸਾਇੰਸ ਮਿਨਿਸਟਰ ਸੇਵਾ ਨਿਭਾ ਰਹੇ ਹਨ। ਮਿਤੀ 4/1/1995 ਵਿੱਚ ਇਹਨਾਂ ਦੇ ਘਰ ਕਾਕਾ ਨਰਿੰਦਰ ਸਿੰਘ ਦਾ ਜਨਮ ਹੋਇਆ। ਇਹਨਾਂ ਦਾ ਸੁਭਾਅ ਬਹੁਤ ਹੀ ਵਧੀਆ ਹੈ। ਇਹ ਬੱਚਿਆਂ ਨੂੰ ਨਿਮਰਤਾ, ਸਹਿਣਸ਼ੀਲਤਾ ਅਤੇ ਧਾਰਮਿਕ ਸਿੱਖਿਆ ਦੇ ਕੇ ਗੁਰਬਾਣੀ ਅਤੇ ਕੀਰਤਨ ਨਾਲ ਜੋੜਦੇ ਹਨ। ਇਹ ਬੱਚਿਆਂ ਦੇ ਮਾਪਿਆਂ ਨੂੰ ਮਿਲ ਕੇ ਉਹਨਾਂ ਦੀ ਵਿੱਤੀ ਮਦਦ ਵੀ ਕਰਦੇ ਰਹੇ ਹਨ। ਇਹ ਇੱਕ ਮਹਾਨ ਸ਼ਖਸੀਅਤ ਹਨ। ਇਹਨਾਂ ਤੋਂ ਸਾਨੂੰ ਹਮੇਸ਼ਾ ਮਾਣ ਰਹੇਗਾ। ਪਰਮਾਤਮਾ ਇਹਨਾਂ ਦੀ ਉਮਰ ਲੰਬੀ ਕਰੇ ਤੇ ਮੈਂ ਦੁਆ ਕਰਦੀ ਹਾਂ ਕਿ ਹਮੇਸ਼ਾ ਚੜ੍ਹਦੀ ਕਲਾ ਵਿੱਚ। ਸੀਮਾ ਮੈਡਮ ਦਾ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਮੈਡਮ ਦੇ ਆਨਰ ਵਿੱਚ ਸਨਮਾਨ ਚਿੰਨ੍ਹ ਪੜ੍ਹਿਆ। ਇਸ ਤੋਂ ਬਾਅਦ ਅਸੀਂ ਰਿਕੁਐਸਟ ਕਰਦੇ ਹਾਂ ਜਿੰਮੀ ਦੇ ਚਾਚੂ ਸਰਦਾਰ ਨਵਦੀਪ ਸਿੰਘ ਜੀ ਸੇਠੀ, ਉਹ ਸਾਡੇ ਨਾਲ ਚੰਦ ਸ਼ਬਦ ਮੌਕੇ ਵੀ ਨਹੀਂ ਮਿਲੇ ਜ਼ਿਆਦਾ ਬੋਲਣ ਲਈ। ਇੱਕ ਸ਼ਬਦ ਮੈਂ ਆਪਣੇ ਮਦਰ ਇਨ ਲਾਅ ਵਾਸਤੇ ਜਦੋਂ ਰਿਟਾਇਰ ਹੋਏ ਸੀ ਉਦੋਂ ਬੋਲਿਆ, ਤੇ ਹੁਣ ਸ਼ਾਇਦ ਮੈਂ ਭਾਬੀ ਜੀ ਵਾਸਤੇ ਬੋਲ ਰਿਹਾ। ਭਾਬੀ ਜੀ ਮੇਰੇ ਸਾਰਿਆਂ ਨਾਲੋਂ ਵੱਡਿਆਂ ਭਰਜਾਈਆਂ ਵਿੱਚੋਂ ਜੀ ਮੇਰੇ, ਤੇ ਪਿਆਰ ਇੰਨਾ ਮਿਲਿਆ। ਇਹਨਾਂ ਨੇ ਮੇਰੇ ਨਾਮ ਵੀ ਰੱਖੇ, ਕਈ ਭਰਾ ਨੇ ਵੀ ਮੇਰੇ ਰੱਖੇ। ਅੱਜ ਉਹੀ ਨਾਮ ਮੇਰੇ ਬੱਚੇ ਨੂੰ ਦਿੱਤੇ ਗਏ। ਅੱਜ ਭਾਬੀ ਸੇਵਾ ਮੁਕਤ ਹੋ ਰਹੇ ਹੈ। ਕਿਤੇ ਮੈਨੂੰ ਕੁਝ ਖਲੀ ਮਹਿਸੂਸ ਹੋ ਰਿਹਾ ਕਿ ਜੇ ਮੇਰਾ ਭਰਾ ਨਾਲ ਹੁੰਦਾ ਤੇ ਬਹੁਤ ਖੁਸ਼ ਹੋਣਾ ਸੀ ਉਹਨਾਂ ਨੇ। ਭਾਬੀ ਜੀ ਹਮੇਸ਼ਾ ਗੁਰਦੁਆਰੇ ਜਾਣਾ, ਮੇਰੀ ਮਦਰ ਨੂੰ ਵੀ ਨਾਲ ਲੈ ਕੇ ਜਾਣਾ। ਘਰੇ ਸਾਡੇ ਪ੍ਰਕਾਸ਼ ਕੀਤੇ ਹੋਏ ਆ। ਪੂਰੇ ਗੁਰਸਿੱਖ ਫੈਮਿਲੀ ਚੋਂ ਅਸੀਂ ਆਉਂਦੇ ਹਾਂ। ਕਦੀ ਇਹਨਾਂ ਦੇ ਮੂੰਹੋਂ ਮੈਂ ਕਦੀ ਉੱਚੇ ਸ਼ਬਦ ਨਹੀਂ ਸੁਣੇ। ਜਿੰਮੀ ਦੀ ਬਹੁਤ ਵਧੀਆ ਪਰਵਰਿਸ਼ ਕੀਤੀ ਗਈ ਜਿਹੜੀ ਉਹਨਾਂ ਵਾਸਤੇ ਬਹੁਤ ਔਖੀ ਸੀ। ਬਹੁਤ ਵਧੀਆ ਤਰੀਕੇ ਨਾਲ ਉਹਨੇ ਆਪਣੇ ਬੱਚੇ ਨੂੰ ਪੜ੍ਹਾਇਆ। ਉਹ ਵੀ ਅੱਗੋਂ ਬਹੁਤ ਅੱਛਾ ਨਿਕਲਿਆ ਨਾਵਿੰਦਰ। ਤੇ ਸਾਡੇ ਪਰਿਵਾਰ ਨੇ ਉਹ ਕਹਿ ਰਹੇ ਸੀ ਬਹੁਤ ਭਾਈ ਲੱਦਾ ਸਿੰਘ ਜੀ ਬਾਰੇ ਮੈਂ ਸ਼ਾਇਦ ਦੋ ਸ਼ਬਦ ਕਹਾਂਗੀ। ਉਹਨਾਂ ਦੇ ਨਾਮ ਤੇ ਗੁਰਦੁਆਰਾ ਸਾਹਿਬ ਵੀ ਹੈਗਾ ਡੋਗਰ ਬਸਤੀ। ਪਹਿਲੇ ਜਿਹੜੇ ਮਤਲਬ ਕਿ ਫਰੀਦਕੋਟ ਵਿੱਚ ਜਦੋਂ ਸਿੱਖੀ ਨਾਲ ਰਿਲੇਟਡ ਕੋਈ ਤਿਉਹਾਰ ਜਾਂ ਕੁਝ ਨਗਰ ਕੀਰਤਨ ਵਗੈਰਾ ਜਦੋਂ ਸ਼ੁਰੂ ਹੋਏ, ਮੇਰੇ ਪੜਦਾਦਾ ਜੀ ਨੇ ਹੀ ਸ਼ੁਰੂ ਕੀਤੇ ਇਸ ਸ਼ਹਿਰ 'ਚ ਆ ਕੇ। ਤੇ ਉਸੇ ਪਰਿਵਾਰ ਨਾਲ ਆ ਕੇ ਜੁੜੇ ਤੇ ਇਹਨਾਂ ਦੀ ਜੋ ਪਹਿਲਾਂ ਪਰਵਰਿਸ਼ ਸੀਗੀ ਉਹਨਾਂ ਨੂੰ ਆ ਕੇ ਉਸੇ ਤਰੀਕੇ ਨਾਲ ਜੋ ਸਾਡੇ ਪਰਿਵਾਰ 'ਚ ਚਾਹੀਦੀਆਂ ਸੀ ਚੀਜ਼ਾਂ ਉਹ ਇਹਨਾਂ ਵਿੱਚ ਸੀਗੀਆਂ। ਅੱਜ ਉਮਰ ਜਿਵੇਂ ਉਹਨਾਂ ਦੀ ਫਿਜ਼ੀਕਲ ਅਪੀਅਰੈਂਸ ਦੀ ਗੱਲ ਕਰਾਂ ਤਾਂ ਲੱਗਦਾ ਨਹੀਂ ਕਿ ਉਹ ਰਿਟਾਇਰ ਹੋਣ ਵਾਲੀ ਉਹਨਾਂ ਦੀ ਉਮਰ ਹੈਗੀ ਹੈ। ਮੈਂ ਨਹੀਂ ਚਾਹੁੰਦਾ ਕਿ ਉਹ ਰਿਟਾਇਰ ਵੀ ਹੋਣ ਆਪਣੀ ਡਿਊਟੀਜ਼ ਤੋਂ। ਅਜੇ ਬਹੁਤ ਡਿਊਟੀਜ਼ ਪਈਆਂ। ਪ੍ਰੋਫੈਸ਼ਨਲੀ ਤਾਂ ਚਲੋ ਹੋ ਜਾਣਗੇ, ਬਟ ਘਰ ਦੀ ਜ਼ਿੰਮੇਵਾਰੀ ਇਹ ਬਹੁਤ ਪਈਆਂ ਉਹਨਾਂ ਦੇ। ਤੇ ਮੈਂ ਸਾਰੇ ਪਰਿਵਾਰ ਵੱਲੋਂ ਸਾਰੇ ਸਮੂਹ ਸਟਾਫ ਮੈਂਬਰਾਂ ਦਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਬਹੁਤ ਵਧੀਆ ਅਰੇਂਜਮੈਂਟ ਕੀਤਾ ਤੇ ਜੋ ਸਨਮਾਨ ਉਹਨਾਂ ਤੁਸੀਂ ਪੜ੍ਹਿਆ। ਮੈਨੂੰ ਬੜੀ ਖੁਸ਼ੀ ਹੋਈ ਕਿ ਤੁਸੀਂ ਉਹਨਾਂ ਨੂੰ ਆਪਣਾ ਸਮਝ ਕੇ ਤੁਸੀਂ ਉਹਨਾਂ ਨੂੰ ਰਿਟਾਇਰ ਕਰ ਰਹੇ ਹੋ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਤੇ ਨਾਲ ਹੀ ਮੈਂ ਮੈਡਮ ਆਸ਼ਾ ਜੀ ਨੂੰ ਬੇਨਤੀ ਕਰਦੀ ਹਾਂ ਤੇ ਸਮੂਹ ਸਟਾਫ ਮੈਂਬਰ ਸਾਹਿਬਾਨ ਆਪਾਂ ਇਹ ਸਨਮਾਨ ਚਿੰਨ੍ਹ ਮੈਡਮ ਨੂੰ ਦੇ ਦਈਏ। ਰਮਿੰਦਰ ਮੈਡਮ ਨੂੰ ਆ ਜਾਓ ਸਾਰੇ ਜਣੇ। ਦੇਖੋ ਜਿੱਥੇ ਜ਼ਿਆਦਾ ਠੀਕ ਲੱਗਦਾ ਜੀ ਉੱਥੇ
ਬਸ ਤੁਹਾਡੇ ਲਵਾਂਗੇ। ਹੁਣ ਆਪਾਂ ਨਵਿੰਦਰ ਮੈਡਮ ਕਿੱਥੇ ਨੇ, ਉਹਨਾਂ ਨੂੰ ਕਹੀਏ ਉਹ ਵੀ ਆਪਣੇ ਨਾਲ ਕੁਝ ਗੱਲਾਂ ਕਰ ਲੈਣ। ਆਪਾਂ ਤਾਂ ਆਪਣਾ ਗੁਪਤ ਕੱਢ ਲਿਆ ਸਾਰਾ। ਨਵਿੰਦਰ ਮੈਡਮ ਨੂੰ ਰਿਕੁਐਸਟ ਕਰਦੇ ਹਾਂ ਹੁਣ ਜਾਣ ਲੱਗੇ ਜ਼ਰੂਰ ਸਾਡਾ ਮਾਰਗਦਰਸ਼ਨ ਕਰਕੇ ਜਾਣ। ਬਸ ਐਂ ਸਮਝ ਲੈਣ ਕਿ ਸਾਨੂੰ ਕੁਝ ਸੀਖ ਦੇ ਕੇ ਜਾਓ, ਹੈ ਨਾ। ਤੇ ਸਾਨੂੰ ਦੱਸੋ ਕੋਈ ਨਾ ਕੋਈ, ਫਿਰ ਅਸੀਂ ਫੋਲੋ ਕਰਾਂਗੇ। ਪਰਮਾਤਮਾ ਅੱਗੇ ਇਹੀ ਦੁਆ ਕਰਦੇ ਆ ਤੁਸੀਂ ਤੇ ਤੁਹਾਡਾ ਪਰਿਵਾਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ। ਪਰਮਾਤਮਾ ਤੁਹਾਨੂੰ ਉન્નਤੀਆਂ, ਤਰੱਕੀਆਂ, ਕਾਮਯਾਬੀਆਂ ਬੱਚਿਆਂ ਨੂੰ ਬਖਸ਼ੇ, ਤੰਦਰੁਸਤੀਆਂ। ਵਾਹਿਗੁਰੂ ਬਿਲਕੁਲ ਆਲਵੇਜ਼, ਯੂ ਆਰ ਆਲਵੇਜ਼ ਵੈਲਕਮ। ਤੁਸੀਂ ਸਾਰਿਆਂ ਨੇ ਮੇਰਾ ਬਹੁਤ ਮਾਣ ਰੱਖਿਆ। ਮੈਂ ਇਸ ਦੇ ਕਾਬਿਲ ਨਹੀਂ ਹੈਗੀ ਸੀ। ਮੈਂ ਕਹਿੰਦੀ ਹਾਂ ਵਾਹਿਗੁਰੂ ਅੱਗੇ ਮੇਰੀ ਬੇਨਤੀ ਹੈ ਵੀ ਮੇਰਾ ਇਹ ਸਟਾਫ, ਮੇਰਾ ਇਹ ਸਕੂਲ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ। ਔਰ ਪਰਮਾਤਮਾ ਮੈਨੂੰ ਇੰਨੀ ਹਿੰਮਤ ਬਲਬੁੱਧੀ ਬਖਸ਼ੇ ਕਿ ਤੁਸੀਂ ਮੈਨੂੰ ਜਦੋਂ ਵੀ ਬੁਲਾਓ ਮੈਂ ਉਦੋਂ ਹੀ ਤੁਹਾਡੇ ਕੋਲ ਹਾਜ਼ਰ ਹੋਵਾਂਗੀ। ਇਹ ਮੇਰੀ ਅਰਦਾਸ ਬੇਨਤੀ ਹੈ। ਜੇ ਕਿਸੇ ਵੇਲੇ ਇਹਨਾਂ 10-12 ਸਾਲਾਂ ਦੇ ਵਿੱਚ ਕੋਈ ਮੇਰੇ ਕੋਲੋਂ ਕਿਸੇ ਨੂੰ ਕੋਈ ਆਫਤ ਬੋਲਿਆ ਗਿਆ ਹੋਵੇ, ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੋਵੇ, ਮੈਂ ਆਪਣੇ ਸ਼ਬਦ ਵਾਪਸ ਲੈਂਦੀ ਹਾਂ, ਦੋਨੇ ਹੱਥ ਜੋੜ ਕੇ ਮਾਫੀ ਮੰਗਦੀ ਹਾਂ। ਜੇ ਕਿਸੇ ਨੂੰ ਮੇਰੇ ਕੋਲੋਂ ਤੇ ਬਾਕੀ ਵਾਹਿਗੁਰੂ ਕਰੇ ਮੇਰਾ ਪਰਿਵਾਰ ਹੱਸੇ ਖੇਡੇ ਖੁਸ਼ੀਆਂ ਮਾਣੇ ਤੇ ਮੇਰੇ ਬੱਚੇ ਨੂੰ ਅਸੀਸ ਦੇਣੀ ਹੈ ਵੀ ਇਹਨੂੰ ਵੀ ਵਾਹਿਗੁਰੂ ਤਰੱਕੀ ਦੇਵੇ, ਇਹਨੂੰ ਖੁਸ਼ੀਆਂ ਦੇਵੇ। ਬਸ ਇਹ ਮੇਰੀ ਪਰਮਾਤਮਾ ਇਹਨੂੰ ਉન્નਤੀਆਂ, ਤਰੱਕੀਆਂ, ਕਾਮਯਾਬੀਆਂ, ਤੰਦਰੁਸਤੀਆਂ ਬਖਸ਼ੇ। ਮੈਨੂੰ ਸਾਰਿਆਂ ਨੇ ਬਸ ਦੋ ਕੁਰਤੀਆਂ ਕਹਿ ਲਓ ਖਾ ਕੇ ਜਾਣੀਆਂ। ਜ਼ਰੂਰ ਜ਼ਰੂਰ, ਡੈਫੀਨੇਟਲੀ। ਸਵੇਰ ਦੇ ਭੱਜੇ ਫਿਰਦੇ ਆ। ਠੀਕ ਹੈ, ਬਹੁਤ ਬਹੁਤ ਧੰਨਵਾਦ। ਤੁਹਾਡਾ ਵੀ ਬਹੁਤ ਸ਼ੁਕਰੀਆ ਸਾਰਿਆਂ ਦਾ।